ਸਾਂਝੀ ਆਵਾਜ਼ ਰੇਡੀਓ ਤੋਂ ਸ਼ਮਾ ਪੰਗੂ ਵੱਲੋਂ ਬਹੁਤ ਹੀ ਪਿਆਰ ਤੇ ਭਰੀ ਤੇ ਨਾਲ ਦੀ ਨਾਲ ਨਿੱਕੀ ਨਿੱਕੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਇਸ ਟਾਈਮ ਤੇ ਤੁਹਾਨੂੰ ਪਤਾ ਹੈ ਕਿ ਹੁੰਦਾ ਵੈਸੇ ਤੇ ਚਿੱਠੀਆਂ ਸੁਨੇਹੇ, ਪਰ ਕਿਉਂਕਿ ਚਰਨਜੀਤ ਕੌਰ ਜੀ ਜਿਹੜੇ ਨੇ ਉਹ ਅਵੇਲੇਬਲ ਨਹੀਂ ਹੈਗੇ ਕੁਝ ਦਿਨਾਂ ਵਾਸਤੇ, ਕੁਝ ਵੀਕਸ ਵਾਸਤੇ ਮੈਂ ਕਹਾਂਗੀ, ਕਿਉਂਕਿ ਵੀਕਲੀ ਪ੍ਰੋਗਰਾਮ ਹੁੰਦਾ ਹੈ। ਸੋ ਇਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਚਿੱਠੀਆਂ ਸੁਨੇਹੇ ਨਹੀਂ, ਅੱਜ ਅਸੀਂ ਇੱਕ ਮੋਟੀਵੇਸ਼ਨਲ ਟਾਕ ਤੇ ਗੱਲ ਕਰਾਂਗੇ। ਔਰ ਉਸ ਦਾ ਟਾਕ ਦਾ ਸਾਡਾ ਜਿਹੜਾ ਟੌਪਿਕ ਹੈ ਉਹ ਹੈਗਾ ਬ੍ਰੇਨ ਪਾਵਰ। ਬ੍ਰੇਨ ਦੀ ਗੱਲ ਕਰਾਂਗੇ। ਜਦੋਂ ਦਿਮਾਗ ਦੀ ਗੱਲ ਕਰਦੇ ਹਾਂ ਤੇ ਕਈ ਲੋਕੀ ਤੁਸੀਂ ਆਮ ਸੁਣਿਆ ਹੋਏਗਾ ਕਿ ਕਹਿਣਗੇ ਕਿ ਜਿੰਨਾ ਦਿਮਾਗ ਓਨਾ ਹੀ ਵਰਤਣਾ ਹੈ, ਬਟ ਐਕਚੁਅਲੀ ਰਿਐਲਿਟੀ ਕੁਛ ਹੋ ਰਿਹਾ। ਬ੍ਰੇਨ ਨੂੰ ਅਸੀਂ ਟ੍ਰੇਨ ਕਰ ਸਕਦੇ ਹਾਂ, ਕਿਸੇ ਦੇ ਵੀ ਬ੍ਰੇਨ ਨੂੰ। ਔਰ ਬ੍ਰੇਨ ਇੱਕ ਇੰਨਾ ਕੁ ਇੰਪੋਰਟੈਂਟ ਔਰ ਕੰਪਲੈਕਸ ਪਾਰਟ ਆਫ ਦ ਬੋਡੀ ਹੈ ਕਿ ਜਿਹੜਾ ਸਾਡੀ ਸਾਰੀ ਬੋਡੀ ਨੂੰ ਕੰਟਰੋਲ ਕਰਦਾ ਹੈ। ਅਸੀਂ ਆਪਣੇ ਜੀਵਨ 'ਚ ਜੋ ਵੀ ਕੁਛ ਕਰਦੇ ਹਾਂ, ਕੁਛ ਸਿੱਖਦੇ ਹਾਂ, ਪੜ੍ਹਦੇ ਹਾਂ, ਕਿਸੇ ਨੂੰ ਯਾਦ ਕਰਦੇ ਹਾਂ, ਰੋਂਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਮਹਿਸੂਸ ਕਰਦੇ ਹਾਂ, ਉਹ ਸਿਰਫ ਤੇ ਸਿਰਫ ਬ੍ਰੇਨ ਕਰਕੇ ਕਰਦੇ ਹਾਂ। ਇਹ ਹੱਡੀਆਂ ਦੇ ਵਿੱਚ ਜਿਹੜਾ, ਜਿਹਨੂੰ ਅਸੀਂ ਸਕੈਲਟਨ ਕਹਿੰਦੇ ਹਾਂ, ਉਹਦੇ ਵਿੱਚ ਮਹਿਫੂਜ਼ ਰਹਿੰਦਾ ਹੈ ਤੇ ਇਹਦੇ ਆਲੇ ਦੁਆਲੇ ਜਿਹੜਾ ਫਲੂਇਡ ਹੈ ਉਹਦੇ ਨਾਲ ਇਹ ਵਾਸ਼ ਹੁੰਦਾ ਰਹਿੰਦਾ। ਸੋ ਇਹਦੇ ਵਿੱਚ ਬਹੁਤ ਜ਼ਿਆਦਾ ਇਹ ਪਾਵਰਫੁਲ ਜਿਹੜਾ ਸਾਡੀ ਬੋਡੀ ਦਾ ਪਾਰਟ ਆ, ਉਹਨੂੰ ਅਸੀਂ ਕਿਸ ਤਰ੍ਹਾਂ ਲੁੱਕ ਆਫਟਰ ਕਰਨਾ, ਕਿਸ ਤਰ੍ਹਾਂ ਟ੍ਰੇਨ ਕਰਨਾ, ਉਹਦੇ ਵਾਸਤੇ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਆਤਮਜੀਤ ਕੌਰ ਜੀ। ਆਤਮਜੀਤ ਜੀ, ਸਵਾਗਤ ਤੁਹਾਡਾ ਸਾਂਝੀ ਆਵਾਜ਼ ਰੇਡੀਓ ਤੇ। ਸਤਿ ਸ਼੍ਰੀ ਅਕਾਲ ਜੀ। ਸ਼ਮਾ ਪੰਗੂ ਮੈਮ, ਤੁਹਾਡਾ ਬਹੁਤ-ਬਹੁਤ ਧੰਨਵਾਦ। ਜਿੱਦਾਂ ਕਿ ਤੁਸੀਂ ਬ੍ਰੇਨ ਦੇ ਬਾਰੇ ਜਿਹੜੀ ਪਹਿਲਾਂ ਹੀ ਉਹਦੀ ਖਾਸੀਅਤ ਦੱਸ ਦਿੱਤੀ ਹੈ, ਬਿਲਕੁਲ ਸਹੀ ਕਿਹਾ ਕਿ ਬਹੁਤ ਹੀ ਇੰਪੋਰਟੈਂਟ ਪਾਰਟ ਹੈ। ਸਾਡੀ ਛੋਟੀ ਤੋਂ ਛੋਟੀ ਗੱਲ ਜਿਹੜੀ ਸਾਡੇ ਦਿਮਾਗ ਦੇ ਵਿੱਚ ਹੈ, ਔਰ ਜਦੋਂ ਸਾਨੂੰ ਯਾਦ ਰਹਿ ਜਾਂਦੀ ਹੈ ਤਾਂ ਸਾਨੂੰ ਤੈਅ ਉਮਰ ਤੱਕ ਜਿਹੜੀ ਉਹ ਯਾਦ ਰਹਿੰਦੀ, ਜਿੰਨੀ ਦੇਰ ਤੱਕ ਸਾਡੇ ਆਖਰੀ ਸਵਾਸ ਹੁੰਦੇ। ਔਰ ਕਈ ਵਾਰੀ ਤੇ ਕੁਝ ਗੱਲਾਂ ਦਿਮਾਗ ਦੇ ਵਿੱਚ ਸਾਡੇ ਇਸ ਤਰੀਕੇ ਨਾਲ ਘਰ ਕਰ ਜਾਂਦੀਆਂ ਹਨ, ਜਿਵੇਂ ਅਸੀਂ ਦਿਨ ਦੇ ਟਾਈਮ ਤੇ ਕੋਈ ਗਾਣਾ ਸੁਣ ਰਹੇ ਹੋਈਏ ਜਾਂ ਕੋਈ ਸ਼ਬਦ ਜਾਂ ਕੋਈ ਧੁਨ ਅਜਿਹੀ ਸੁਣ ਰਹੇ ਹੋਈਏ ਤੇ ਉਹ ਸਾਰਾ ਦਿਨ ਸਾਡੇ ਦਿਮਾਗ ਦੇ ਵਿੱਚ ਜਿਹੜੀ ਉਹ ਚੱਲਦੀ ਰਹਿੰਦੀ। ਤੇ ਇਸ ਤਰੀਕੇ ਨਾਲ ਉਹਦੇ ਸੰਬੰਧਿਤ ਹੀ ਜਦੋਂ ਅਸੀਂ ਰਾਤ ਨੂੰ ਜਦੋਂ ਅਸੀਂ ਸੌਂਦੇ ਹਾਂ ਤੇ ਸਾਡੇ ਸੁਪਨਿਆਂ ਦੇ ਵਿੱਚ ਵੀ ਜਿਹੜੀ ਉਹ ਧੁਨ ਦਾ ਕੋਈ ਨਾ ਕੋਈ ਜਿਹੜਾ ਉਹ ਅਸਰ ਰਹਿੰਦਾ ਹੈ, ਚਾਹੇ ਉਹ ਕੁਝ ਸਮੇਂ ਲਈ ਹੋਵੇ, ਚਾਹੇ ਉਹ ਘੰਟਿਆਂ ਬੱਧੀ ਹੋਵੇ। ਇਹ ਜਿਹੜੀ ਗੱਲ ਹੈ ਅਸੀਂ ਆਮ ਤੌਰ ਤੇ ਜਾਣਦੇ ਨਹੀਂ ਹਾਂ, ਪਰ ਇਹ ਹੁੰਦੀ ਸਾਡੇ ਸਾਰਿਆਂ ਨਾਲ ਹੀ ਹੈ। ਹੁਣ ਅੱਜ ਕੇ ਜਿੱਦਾਂ ਮੈਂ ਤੁਹਾਡੇ ਸਾਹਮਣੇ ਬੜਾ ਹੀ ਖਾਸ ਵਿਸ਼ਾ ਲੈ ਕੇ ਆਈ ਹਾਂ ਬ੍ਰੇਨ ਪਾਵਰ ਦਾ। ਜਿੱਦਾਂ ਕਿ ਆਲਰੇਡੀ ਸ਼ਮਾ ਪੰਗੂ ਮੈਮ ਦੱਸ ਹੀ ਚੁੱਕੇ ਨੇ ਕਿ ਬ੍ਰੇਨ ਸਾਡੇ ਦਿਮਾਗ ਜਾਨੀ ਕਿ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ, ਜਿਸ ਨੂੰ ਅਸੀਂ ਵਾਕਈ ਹੀ ਟ੍ਰੇਨਡ ਕਰ ਸਕਦੇ ਹਾਂ। ਕੁਝ ਅਜਿਹੀ ਟੈਕਨੀਕਸ ਦੇ ਨਾਲ, ਕੁਝ ਅਜਿਹੇ ਮੈਥਡਸ ਦੇ ਨਾਲ, ਜਿਹਨੂੰ ਤੁਸੀਂ ਦੇਖ ਕੇ ਜਿਹੜਾ ਹੈਰਾਨ ਹੋ ਜਾਵੋਗੇ। ਔਰ ਅੱਜ ਮੈਂ ਸਿਰਫ ਗੱਲਾਂ ਬਾਤਾਂ ਹੀ ਨਹੀਂ ਕਰਾਂਗੀ ਬ੍ਰੇਨ ਨੂੰ ਲੈ ਕੇ, ਤੁਹਾਡੇ ਸਾਹਮਣੇ ਕੁਝ ਏਦਾਂ ਦੀ ਐਗਜ਼ਾਮਪਲਸ ਵੀ ਲੈ ਕੇ ਆਵਾਂਗੀ ਜਿਨ੍ਹਾਂ ਦੇ ਦਿਮਾਗ ਨੂੰ ਅਸੀਂ ਜਿਹੜਾ ਉਹ ਟ੍ਰੇਨਡ ਕਰ ਚੁੱਕੇ ਹਾਂ, ਜਾਂ ਫਿਰ ਜਿਨ੍ਹਾਂ ਦੇ ਦਿਮਾਗ ਨੂੰ ਅਸੀਂ ਟ੍ਰੇਨਡ ਕਰ ਰਹੇ ਹਾਂ। ਜੀ ਹਾਂ, ਮੈਂ ਆਤਮਜੀਤ ਕੌਰ ਅੰਮ੍ਰਿਤਸਰ ਪੰਜਾਬ ਤੋਂ ਆਪ ਸਭ ਦੇ ਸਾਹਮਣੇ ਇੱਕ ਖਾਸ ਵਿਸ਼ਾ ਜਿਸ ਦਾ ਨਾਮ ਹੈ ਬ੍ਰੇਨ ਪਾਵਰ ਟੈਕਨੀਕ, ਉਹ ਲੈ ਕੇ ਆਈ ਹਾਂ। ਸਭ ਤੋਂ ਪਹਿਲਾਂ ਮੈਂ ਇਸ ਦੇ ਬਾਰੇ ਦੱਸ ਦੇਣਾ ਚਾਹੁੰਦੀ ਹਾਂ ਕਿ ਸਾਡੇ ਦਿਮਾਗ ਦੇ ਦੋ ਹਿੱਸੇ ਹੁੰਦੇ ਹਨ। ਇੱਕ ਹੁੰਦਾ ਹੈ ਚੇਤਨ, ਇੱਕ ਹੁੰਦਾ ਹੈ ਅਵਚੇਤਨ। ਚੇਤਨ ਉਹ ਜਿਸ ਸਮੇਂ ਅਸੀਂ ਜਾਗ ਰਹੇ ਹੁੰਦੇ ਹਾਂ, ਜਿਸ ਸਮੇਂ ਅਸੀਂ ਆਪਣੇ ਪੂਰੇ ਹੋਸ਼ੋ ਹਵਾਸ 'ਚ, ਜਿਸ ਤਰ੍ਹਾਂ ਮੈਂ ਹੁਣ ਅੱਜ ਸਭ ਦੇ ਨਾਲ ਜਿਹੜੀ ਉਹ ਗੱਲਬਾਤ ਕਰ ਰਹੀ ਹਾਂ, ਮੈਂ ਜੋ ਕੁਝ ਵੀ ਬੋਲ ਰਹੀ ਹਾਂ ਉਹ ਮੇਰੇ ਦਿਮਾਗ ਦੇ ਵਿੱਚ ਜਿਹੜਾ ਉਹ ਨਾਲ ਚੱਲ ਰਿਹਾ ਹੈ। ਅਸੀਂ ਇਸ ਪਾਰਟ ਨੂੰ ਕੀ ਕਹਿ ਦਿੰਦੇ ਹਾਂ, ਚੇਤਨ ਹਿੱਸਾ। ਦਿਮਾਗ ਦੇ ਇਸ ਹਿੱਸੇ ਦੇ ਵਿੱਚ ਬਹੁਤ ਸਾਰੀਆਂ ਏਦਾਂ ਦੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਸਹਿਜ ਸੁਭਾਅ ਬਹੁਤ ਛੇਤੀ ਸਮਝ ਜਾਂਦੇ ਹਾਂ, ਬਹੁਤ ਛੇਤੀ ਕਿਸੇ ਦੇ ਕੋਲੋਂ ਸੁਣ ਕੇ, ਦੇਖ ਕੇ ਉਹਨੂੰ ਅੰਡਰਸਟੈਂਡ ਕਰ ਲੈਂਦੇ ਹਾਂ ਤੇ ਉਸ ਅਕੋਰਡਿੰਗ ਆਪਣਾ ਅਸੀਂ ਮੀਨਿੰਗ ਵੀ ਬਣਾ ਲੈਂਦੇ ਹਾਂ। ਦੂਸਰਾ ਹਿੱਸਾ ਉਹ ਵੀ ਬਹੁਤ ਹੀ ਇੰਪੋਰਟੈਂਟ ਹੁੰਦਾ ਹੈ, ਜਿਸ ਦਾ ਨਾਂ ਹੈ ਅਵਚੇਤਨ। ਅਵਚੇਤਨ ਹਿੱਸੇ ਦੇ ਵਿੱਚ ਵੀ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ ਜੋ ਸਾਨੂੰ ਸਿਰਫ ਸੁੱਤੇ ਸਮੇਂ ਹੀ ਪਤਾ ਲੱਗਦੀਆਂ ਹਨ, ਜਦੋਂ ਅਸੀਂ ਸੁਪਨੇ ਦੇਖ ਰਹੇ ਹੁੰਦੇ ਹਾਂ। ਤੇ ਉਸ ਸਮੇਂ ਅਜਿਹੇ ਹਿੱਸੇ ਦੇ ਵਿੱਚ ਜੋ ਗੱਲਾਂ ਚੱਲ ਰਹੀਆਂ ਹੁੰਦੀਆਂ ਹਨ, ਉਹੀ ਸਾਨੂੰ ਜਿਹੜਾ ਉਹ ਦਿਖ ਰਹੀਆਂ ਹੁੰਦੀਆਂ ਹਨ, ਉਹੀ ਅਸੀਂ ਮਹਿਸੂਸ ਕਰ ਰਹੇ ਹੁੰਦੇ ਹਾਂ। ਕਦੇ ਕਦਾਈ ਤੇ ਅਵਚੇਤਨ ਦਿਮਾਗ ਦੀਆਂ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ
ਜਦੋਂ ਅਚਾਨਕ ਸਾਡੇ ਸੁਪਨੇ ਤੋਂ ਬਾਅਦ ਅੱਖ ਖੁੱਲਦੀ ਹੈ ਤੇ ਉਹ ਸਾਨੂੰ ਕੁਝ ਸਮੇਂ ਲਈ ਚੇਤੇ ਵੀ ਰਹਿ ਜਾਂਦੀਆਂ ਹਨ, ਪਰ ਕਦੀ ਕਦਾਈ ਕੁਝ ਗੱਲਾਂ ਸਾਨੂੰ ਚੇਤੇ ਨਹੀਂ ਵੀ ਰਹਿੰਦੀਆਂ। ਪਰ ਉਹ ਇਹ ਨਹੀਂ ਹੈ ਕਿ ਸਾਡੇ ਦਿਮਾਗ ਦੇ ਉਸ ਹਿੱਸੇ ਵਿੱਚ ਨਹੀਂ, ਹਰੇਕ ਗੱਲ ਸਾਡੇ ਦਿਮਾਗ ਦੇ ਹਿੱਸੇ ਵਿੱਚ ਹੀ ਹੁੰਦੀ ਹੈ। ਆਮ ਤੌਰ ਤੇ ਅਸੀਂ ਦੇਖਦੇ ਹਾਂ, ਜਿੱਦਾਂ ਕਿ ਮੈਂ ਇੱਕ ਮੈਥਸ ਦੀ ਅਧਿਆਪਕ ਹਾਂ, ਕੰਪਿਊਟਰ ਸਾਇੰਸ ਦੀ ਅਧਿਆਪਕ ਹਾਂ। ਦੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਸਕੂਲ ਦੇ ਵਿੱਚ 40 ਬੱਚਿਆਂ ਦੀ ਜਾਂ 30 ਬੱਚਿਆਂ ਦੀ ਕਲਾਸ ਇੱਕ ਲੈ ਰਹੇ ਹੁੰਦੇ ਆ, ਉਸ ਕਲਾਸ ਦੇ ਵਿੱਚ ਕੁਝ ਬੱਚਿਆਂ ਦਾ ਜਿਹੜਾ ਬ੍ਰੇਨ ਹੁੰਦਾ ਬਹੁਤ ਹੀ ਵਧੀਆ ਹੁੰਦਾ, ਯਾਨੀ ਕਿ ਇੰਟੈਲੀਜੈਂਟ ਹੁੰਦੇ ਨੇ, ਕੁਝ ਐਵਰੇਜ ਹੁੰਦੇ ਤੇ ਕੁਝ ਘੱਟ ਜਿਹੜੇ ਕਨਸੈਂਟਰੇਟ ਕਰਨ ਵਾਲੇ ਬੱਚੇ ਹੁੰਦੇ, ਜਿਨ੍ਹਾਂ ਦੀ ਵਜ੍ਹਾ ਨਾਲ ਅਕਸਰ ਕਲਾਸ ਵਿੱਚ ਪਰੇਸ਼ਾਨੀ ਹੋ ਜਾਂਦੀ ਹੈ। ਐਜ਼ ਅ ਟੀਚਰ ਜਦੋਂ ਅਸੀਂ ਕਲਾਸ ਵਿੱਚ ਪੜ੍ਹਾ ਰਹੇ ਹੁੰਦੇ ਆ ਤਾਂ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਅਸੀਂ ਕੋਈ ਕਨਸੈਪਟ ਨੂੰ ਕਰਵਾ ਰਹੇ ਹੋਈਏ ਤੇ ਅਚਾਨਕ ਆਪਾਂ ਦੇਖਦੇ ਹਾਂ ਕਿ ਕੁਝ ਬੱਚਿਆਂ ਨੇ ਉਸ ਸਮ ਨੂੰ ਬਹੁਤ ਹੀ ਛੇਤੀ ਪਰਫਾਰਮ ਕਰ ਲਿਆ, ਕੁਝ ਬੱਚਿਆਂ ਨੇ ਦੇਰ ਨਾਲ ਪਰਫਾਰਮ ਕੀਤਾ ਤੇ ਕੁਝ 5-7 ਇਹੋ ਜਿਹੇ ਬੱਚੇ ਵੀ ਹੁੰਦੇ ਹਨ ਜਿਹੜੇ ਬਿਲਕੁਲ ਕੁਝ ਨਹੀਂ ਕਰ ਪਾ ਰਹੇ ਹੁੰਦੇ, ਕਿਉਂਕਿ ਉਹਨਾਂ ਦਾ ਕਨਸੈਂਟਰੇਸ਼ਨ ਲੈਵਲ ਨਹੀਂ ਹੁੰਦਾ ਜਾਂ ਕਨਸੈਂਟਰੇਸ਼ਨ ਉਹ ਨਹੀਂ ਕਰ ਪਾਉਂਦੇ ਕਿਸੇ ਵੀ ਵਜ੍ਹਾ ਨਾਲ, ਚਾਹੇ ਉਹ ਉਹਨਾਂ ਦੇ ਸੁਭਾਅ ਦਾ ਅਸੀਂ ਗੁਣ ਕਹਿ ਸਕਦੇ ਹਾਂ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਸਮਝਣ ਦੇ ਵਿੱਚ ਥੋੜਾ ਜਿਹਾ ਬਾਕੀਆਂ ਨਾਲੋਂ ਹੋਰ ਜ਼ਿਆਦਾ ਟਾਈਮ ਚਾਹੀਦਾ ਹੈ। ਬੀਇੰਗ ਅ ਮਦਰ, ਬੀਇੰਗ ਅ ਪੇਰੈਂਟਸ ਵੀ ਅਗਰ ਆਪਾਂ ਇਹ ਦੇਖੀਏ ਤਾਂ ਸਾਡੇ ਹਰੇਕ ਦੂਸਰੇ ਘਰ ਦੇ ਵਿੱਚ ਇਹ ਪ੍ਰੋਬਲਮ ਦੇਖੀ ਜਾ ਸਕਦੀ ਹੈ ਕਿ ਸਾਡੇ ਬੱਚਿਆਂ ਨੂੰ ਕਨਸੈਂਟਰੇਟ ਕਰਨ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਜਦੋਂ ਮਾਵਾਂ ਆਪਣੇ ਬੱਚਿਆਂ ਨੂੰ ਕੰਮ ਕਰਵਾਉਣ ਵਾਸਤੇ ਲੈ ਕੇ ਬੈਠਦੀਆਂ ਹਨ, ਕੁਝ ਲਰਨਿੰਗ ਵਰਕ ਕਰਵਾਉਣ ਵਾਸਤੇ ਲੈ ਕੇ ਬੈਠਦੀਆਂ ਹਨ ਤੇ ਅਚਾਨਕ ਬੱਚੇ ਕੀ ਕਰਦੇ ਹਨ, ਅੱਧੇ ਘੰਟੇ ਦੇ ਕੰਮ ਨੂੰ 2 ਘੰਟੇ ਤੱਕ ਖਿੱਚ ਕੇ ਲੈ ਜਾਂਦੇ ਹਨ। ਤੇ ਇਹ ਅਜਿਹਾ 2 ਘੰਟੇ ਵਾਲਾ ਜਿਹੜਾ ਸਿਸਟਮ ਹੁੰਦਾ ਅਕਸਰ ਮਾਵਾਂ ਨੂੰ ਜਿਹੜਾ ਉਹ ਪਰੇਸ਼ਾਨ ਕਰ ਦਿੰਦਾ, ਕਿਉਂਕਿ ਬੱਚਾ ਦਾ ਕਨਸੈਂਟਰੇਸ਼ਨ ਲੈਵਲ ਘੱਟ ਹੋ ਜਾਂਦਾ ਹੈ। ਕਦੇ ਬੱਚੇ ਦਾ ਧਿਆਨ ਕਿਸੇ ਖੇਡ ਦੇ ਵਿੱਚ ਚਲਾ ਗਿਆ, ਕਦੇ ਕਿਸੇ ਖੇਡ ਦੇ ਵਿੱਚ ਚਲਾ ਗਿਆ। ਇਸ ਤਰੀਕੇ ਦੇ ਨਾਲ ਜਿਹੜਾ ਹੈ ਮਾਵਾਂ ਬਹੁਤ ਜ਼ਿਆਦਾ ਪਰੇਸ਼ਾਨ ਹੋਈਆਂ। ਪਰ ਜਦੋਂ ਪ੍ਰੋਬਲਮ ਆਉਂਦੀ ਹੈ ਲਰਨਿੰਗ ਵਕਤ ਤੇ ਬੱਚੇ ਕੀ ਕਰਦੇ ਨੇ, ਔਖੇ ਸਬਜੈਕਟ ਦੇ ਵਿੱਚ ਜਿਵੇਂ ਕਿ ਮੈਥਸ ਹੈ, ਸੋਸ਼ਲ ਸਾਇੰਸ ਹੈ, ਇੰਗਲਿਸ਼ ਹੈ, ਆਮ ਤੌਰ ਤੇ ਅਜਿਹੇ ਸਬਜੈਕਟਸ ਦੇ ਵਿੱਚ ਕਈ ਵਾਰੀ ਹਿੰਦੀ ਪੰਜਾਬੀ ਵਰਗੇ ਸਬਜੈਕਟਸ ਦੇ ਵਿੱਚ ਵੀ ਇਦਾਂ ਦੀ ਮੁਸ਼ਕਲ ਦੇਖਣ ਨੂੰ ਮਿਲਦੀ ਹੈ ਕਿ ਬੱਚੇ ਇੱਕ ਸਬਜੈਕਟ ਨੂੰ ਲਰਨ ਕਰਨ ਲੱਗਿਆ, ਇੱਕ ਪੇਜ ਨੂੰ ਲਰਨ ਕਰਨ ਲੱਗਿਆ 1 ਘੰਟੇ ਦਾ ਟਾਈਮ ਲੈ ਲੈਂਦੇ ਹਨ। ਤੇ ਅਜਿਹੇ ਕੇਸ ਵਿੱਚ ਬਹੁਤ ਜ਼ਿਆਦਾ ਜਿਹੜੀ ਉਹ ਪਰੇਸ਼ਾਨੀ ਆਉਂਦੀ ਹੈ, ਕਿਉਂਕਿ ਮਾਵਾਂ ਦੇ ਕੋਲ ਸਿਰਫ ਆਪਣੇ ਬੱਚਿਆਂ ਦੇ ਕੰਮ ਤੋਂ ਇਲਾਵਾ ਹੋਰ ਘਰ ਦੇ ਕੰਮ ਵੀ ਹੁੰਦੇ ਹੈਗੇ ਹਨ, ਜਿਨ੍ਹਾਂ ਨੂੰ ਕਰਨ ਲਈ ਉਹਨਾਂ ਨੂੰ ਜਿਹੜਾ ਉਹ ਟਾਈਮ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਉਹ ਜਿਹੜਾ ਵੱਖਰਾ ਚਾਹੀਦਾ ਹੁੰਦਾ। ਐਸੇ ਕੇਸ ਦੇ ਵਿੱਚ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਤਰ੍ਹਾਂ ਦੇ ਜਿਹੜਾ ਰੁਝਾਨ ਦੇਖਿਆ ਜਾ ਰਿਹਾ ਬੱਚਿਆਂ ਦੇ ਮਾਪਿਆਂ ਦੇ ਵਿੱਚ, ਉਹ ਕੀ ਕਰਦੇ ਹਨ, ਉਧਰੋਂ ਬੱਚਿਆਂ 8 ਤੋਂ 2 ਸਕੂਲ ਲਗਾਇਆ, 2 ਵਜੇ ਸਕੂਲ ਤੋਂ ਫ੍ਰੀ ਹੋਇਆ, 2 ਵਜੇ ਸਕੂਲ ਫ੍ਰੀ ਹੋਣ ਤੋਂ ਬਾਅਦ ਉਹਨੂੰ ਘਰ ਆਇਆ, ਰੋਟੀ ਪਾਣੀ ਖਾਦਾ ਔਰ ਨਾਲ ਹੀ ਜਿਹੜਾ ਉਹ ਟਿਊਸ਼ਨ ਤੇ ਭੇਜ ਦਿੱਤਾ ਜਾਂਦਾ ਹੈ, ਯਾਨੀ ਕਿ ਐਕਸਟਰਾ ਕੋਚਿੰਗ ਕਲਾਸਿਸ ਵਾਸਤੇ ਜਿਹੜਾ ਉਹ ਬੱਚਿਆਂ ਨੂੰ ਭੇਜ ਦਿੱਤਾ ਜਾਂਦਾ ਹੈ, ਤਾਂ ਕਿ ਉਹ ਉੱਥੇ ਬੈਠ ਕੇ ਹੀ ਜਿਹੜਾ ਹੋਮਵਰਕ ਜਾਂ ਲਰਨਿੰਗ ਵਰਕ ਜਾਂ ਜੋ ਵੀ ਉਹ ਕੰਮ ਹੈ ਉਹ ਉੱਥੇ ਹੀ ਖਤਮ ਕਰਕੇ ਆਉਣ। ਇਸ ਤਰੀਕੇ ਨਾਲ ਕੀ ਹੁੰਦਾ ਹੈ ਕਿ ਬੱਚੇ ਦਾ ਜਿਹੜਾ ਸਮਾਂ ਮੈਕਸਿਮਮ 3 ਤੋਂ 7 ਜਾਂ 3 ਤੋਂ 8 ਜਿਹੜਾ ਉਹ ਅਕਸਰ ਜਿਹੜਾ ਉਹ ਦੇਖਿਆ ਜਾਂਦਾ ਉਹ ਟਿਊਸ਼ਨ ਕੋਚਿੰਗ ਕਲਾਸਿਸ ਤੇ ਹੀ ਨਿਕਲ ਜਾਂਦਾ ਹੈ, ਔਰ ਮਾਪੇ ਟਿਊਸ਼ਨ ਤੇ ਆਪਣੀਆਂ ਜਿਹੜੀਆਂ ਉਹ ਪੈਸੇ ਦੇ ਕੇ, ਫੀਸਾਂ ਦੇ ਕੇ ਜਿਹੜੇ ਉਹ ਆਪਣੀ ਜ਼ਿੰਮੇਵਾਰੀ ਤੋਂ ਜਿਹੜਾ ਹੈ ਉਹ ਫ੍ਰੀ ਹੋ ਰਹੇ ਹਨ ਜਾਂ ਹੋਣਾ ਚਾਹੁੰਦੇ ਹਨ, ਜਾਂ ਇਦਾਂ ਦੀ ਟੈਕਨੀਕ ਦੇ ਨਾਲ ਜਿਹੜਾ ਉਹ ਇਹ ਸਮਝਦੇ ਹਨ ਕਿ ਹਾਂ ਜੇ ਬੱਚਾ ਟਿਊਸ਼ਨ ਜਾ ਰਿਹਾ ਜਾਂ ਐਕਸਟਰਾ ਕੋਚਿੰਗ ਕਲਾਸ ਲੈ ਰਿਹਾ ਤੇ ਉਹ ਜਿਹੜਾ ਉਹਨਾਂ ਦੀ ਸਿਰਦਰਦੀ ਖਤਮ ਹੋ ਰਹੀ ਹੈ, ਉਹਨਾਂ ਦਾ ਜਿਹੜਾ ਉਹ ਟਾਈਮ ਹੈ ਉਹ ਘੱਟ ਉਹਨੂੰ ਬੱਚੇ ਨੂੰ ਸਪੈਂਡ ਕਰਨ ਤੇ ਲੱਗ ਰਿਹਾ। ਪਰ ਇਸ ਤਰੀਕੇ ਨਾਲ ਇਹ ਦੇਖਿਆ ਜਾਵੇ ਕਿ ਆਲਰੇਡੀ ਜਿਹੜਾ ਬੱਚਾ ਸਵੇਰੇ 8 ਤੋਂ 2 ਜਿਹੜਾ ਉਹ ਸਕੂਲ ਦੇ ਵਿੱਚ ਟਾਈਮ ਲਗਾ ਰਿਹਾ ਸੀ, ਉਸ ਤੋਂ ਬਾਅਦ ਅਗਰ ਦੇਖਿਆ ਜਾਏ 4 ਤੋਂ 5 ਘੰਟੇ ਜਾਂ 2 ਘੰਟੇ ਉਹ ਟਿਊਸ਼ਨ ਤੇ ਲਗਾ ਰਹੇ। ਬੀਇੰਗ ਅ ਪੇਰੈਂਟਸ ਤੁਹਾਡਾ ਬੱਚੇ ਨਾਲ ਜਿਹੜਾ ਉਹ ਟਾਈਮ ਕਿੱਥੇ ਗਿਆ, ਤੁਸੀਂ ਉਹਨਾਂ ਨਾਲ ਟਾਈਮ ਨਹੀਂ ਸਪੈਂਡ ਕਰ ਪਾ ਰਹੇ, ਕਿਉਂਕਿ ਤੁਸੀਂ ਉਸ ਚੀਜ਼ ਤੋਂ ਜਿਹੜਾ ਉਹ ਫ੍ਰੀ ਹੋਣਾ ਚਾਹੁੰਦੇ ਹੋ, ਆਪਣੀ ਜ਼ਿੰਮੇਵਾਰੀ ਤੋਂ ਫ੍ਰੀ ਹੋਣਾ ਚਾਹੁੰਦੇ ਹੋ। ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਤੁਹਾਡੇ ਬੱਚੇ ਕਿੱਥੇ ਸਟੈਂਡ ਕਰਦੇ ਹਨ, ਸਟੱਡੀਜ਼ ਦੇ ਵਿੱਚ ਉਹ ਕਿੰਨਾ ਕੁ ਜਿਹੜਾ ਉਹ ਕੈਪੇਬਲ ਹੋ ਚੁੱਕੇ ਹਨ, ਉਹਨਾਂ ਨੂੰ ਪੜ੍ਹਾਈ ਦੇ ਵਿੱਚ ਜਿਹੜੀ ਹੈ ਕਿਸੇ ਸਬਜੈਕਟ ਦੇ ਵਿੱਚ ਕਿੱਥੋਂ ਤੱਕ ਦੀ ਅੰਡਰਸਟੈਂਡਿੰਗ ਲੈਵਲ ਹੈ, ਕਿਉਂਕਿ ਜੇ ਅੰਡਰਸਟੈਂਡਿੰਗ ਨਹੀਂ ਹੈ ਤਾਂ ਇਟ ਮੀਨਸ ਕਿ ਉਹ ਕ੍ਰੀਏਟਿਵਿਟੀ ਨਹੀਂ ਹੈ, ਜੇ ਕ੍ਰੀਏਟਿਵਿਟੀ ਨਹੀਂ ਹੈ, ਮਾਰਕਸ ਅੱਛੇ ਨਹੀਂ ਆ ਰਹੇ, ਤੁਹਾਡਾ ਜਿਹੜਾ ਬੱਚੇ ਦਾ ਜਿਹੜਾ ਉਹ ਪੜ੍ਹਾਈ ਦੇ ਵਿੱਚ ਰੁਝਾਨ ਘਟ ਰਿਹਾ, ਜਿਸ ਵਜ੍ਹਾ ਨਾਲ ਜਿਹੜੇ ਬੱਚੇ ਦੇ ਮਾਰਕਸ ਵੀ ਘਟ ਰਹੇ, ਤੇ ਫਿਰ ਲਾਸਟ ਕੀ ਹੁੰਦਾ ਹੈ,
ਟੀਚਰ ਪੀਟੀ ਮੀਟ ਤੇ ਪੇਰੈਂਟਸ ਨੂੰ ਬਸ ਇਹੀ ਕੰਪਲੇਂਟ ਕਰ ਰਹੇ ਹੁੰਦੇ ਕਿ ਇਹ ਬੱਚਾ ਕਲਾਸ ਵਿੱਚ ਧਿਆਨ ਨਹੀਂ ਦੇ ਰਿਹਾ, ਇਹ ਬੱਚਾ ਕਲਾਸ ਵਿੱਚ ਕਨਸੈਂਟਰੇਟ ਨਹੀਂ ਕਰ ਪਾ ਰਿਹਾ, ਇਸ ਵਾਰੀ ਇਹਦੇ ਮਾਰਕਸ ਡਿੱਗ ਗਏ ਹਨ। ਟੀਚਰ ਦੇ ਕੋਲ ਪੇਰੈਂਟਸ ਦੇ ਲਈ ਸਿਰਫ ਸ਼ਿਕਾਇਤਾਂ ਦਾ ਪਿਟਾਰਾ ਹੀ ਹੁੰਦਾ ਹੈ। ਜੀ ਹਾਂ, ਇਹ ਬਿਲਕੁਲ ਸਹੀ ਗੱਲ ਹੈ। ਉਸ ਤੋਂ ਬਾਅਦ ਪੇਰੈਂਟਸ ਆਪਣੇ ਬੱਚੇ ਨੂੰ ਲੈ ਕੇ ਦੂਸਰੇ ਬੱਚੇ ਨਾਲ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦੇ, ਇਹ ਗੱਲਾਂ ਅਸੀਂ ਆਮ ਦੇਖ ਰਹੇ ਹਾਂ। ਸੋ ਇਹ ਸਨ ਸਾਰੀਆਂ ਪ੍ਰੋਬਲਮਸ ਜਿਹੜੀਆਂ ਅਸੀਂ ਅੱਜ ਕੱਲ ਹਰੇਕ ਦੂਜੇ ਘਰ ਦੇ ਵਿੱਚ ਕਨਸੈਂਟਰੇਸ਼ਨ ਲੈਵਲ ਨੂੰ ਲੈ ਕੇ ਜਿਹੜਾ ਉਹ ਦੇਖ ਰਹੇ। ਹੁਣ ਮੈਂ ਸੋਲਿਊਸ਼ਨ ਦੇ ਵੱਲ ਆ ਰਹੀ ਹਾਂ। ਸੋਲਿਊਸ਼ਨ ਕੀ ਹੈ? ਸੋਲਿਊਸ਼ਨ ਬਹੁਤ ਹੀ ਖਾਸ ਹੈ, ਜਿਹੜਾ ਮੈਂ ਤੁਹਾਡੇ ਸਾਹਮਣੇ ਜਿਹੜਾ ਕੁਝ ਲਾਈਵ ਵੀਡੀਓਜ਼, ਕੁਝ ਲਾਈਵ ਡੈਮੋਸ ਦੇ ਨਾਲ ਵੀ ਲੈ ਕੇ ਆਵਾਂਗੀ। ਪਰ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਸੋਲਿਊਸ਼ਨ ਨੂੰ ਆਪ ਦੱਸਾਂਗੀ ਕਿ ਜਿਹੜੇ ਪੇਰੈਂਟਸ ਨੂੰ, ਜਿਹੜੇ ਟੀਚਰਸ ਨੂੰ ਇਹ ਅਜਿਹੀ ਪ੍ਰੋਬਲਮ ਆ ਰਹੀ ਹੈ ਕਿ ਬੱਚੇ ਕਨਸੈਂਟਰੇਟ ਨਹੀਂ ਕਰ ਪਾ ਰਹੇ, ਉਹਨਾਂ ਦੇ ਲਗਾਤਾਰ ਗ੍ਰੇਡਸ ਡਿੱਗ ਰਹੇ। ਹਾਂਜੀ, 3rd 4th ਕਲਾਸ ਦੇ ਵਿੱਚੋਂ ਬੱਚਾ 1st 2nd ਆਉਂਦਾ ਸੀ, 7th 8th 'ਚ ਜਾ ਕੇ ਉਹਦੇ ਜਿਹੜੇ ਮਾਰਕਸ ਇੰਨੇ ਜ਼ਿਆਦਾ ਡਿੱਗੇ ਕਿ ਉਹ ਸਿਰਫ 2nd ਡਿਵੀਜ਼ਨ ਤੇ ਰਹਿ ਗਏ ਜਾਂ 3rd ਡਿਵੀਜ਼ਨ ਤੇ ਆ ਗਏ। ਏਦਾਂ ਦੀ ਜਿਹੜੀਆਂ ਮੁਸ਼ਕਲਾਂ ਆ ਰਹੀਆਂ। ਸੋ ਅੱਜ ਦੀ ਜਿਹੜੀ ਮੇਰੀ ਖਾਸ ਗੱਲ ਹੈ ਇਹ ਉਹਨਾਂ ਸਾਰੇ ਪੇਰੈਂਟਸ ਵਾਸਤੇ ਹੈ। ਸੋ ਧਿਆਨ ਨਾਲ ਦੇਖਣਾ, ਧਿਆਨ ਨਾਲ ਸੁਣਨਾ ਕਿ ਜਿਹੜਾ ਪੇਰੈਂਟਸ ਦੇ ਬੱਚਿਆਂ ਦੀ ਉਮਰ 6 ਸਾਲ ਤੋਂ ਲੈ ਕੇ 16 ਸਾਲ ਤੱਕ ਹੈ, ਜੀ ਹਾਂ, 6 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਦੇ ਲਈ ਇੱਕ ਖਾਸ ਟ੍ਰੇਨਿੰਗ ਸਿਰਫ 16 ਦਿਨ ਦੀ ਇਹ ਟ੍ਰੇਨਿੰਗ ਹੈ, ਜਿੰਦੇ ਵਿੱਚ ਅਸੀਂ ਯਾਨੀ ਕਿ ਮੈਂ, ਮੇਰੀ ਇੱਕ ਫੈਲੋ ਟ੍ਰੇਨਰ ਹੋਰ ਵੀ ਇੱਥੇ ਮੇਰੇ ਨਾਲ ਜੁੜ ਚੁੱਕੇ ਨੇ, ਮੈਡਮ ਸਾਨੀਆ ਮਰਫਾਨੀ ਜੀ। ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਬੱਚਿਆਂ ਦੀ ਜਿਹੜੀ ਹੈ ਕਨਸੈਂਟਰੇਸ਼ਨ ਦੀ, ਜਿਹੜੀ ਲੈਕ ਆਫ ਕਨਸੈਂਟਰੇਸ਼ਨ ਦੀ ਪ੍ਰੋਬਲਮ ਨੂੰ ਦੂਰ ਕਰ ਸਕਦੇ ਹੋ, ਔਰ ਕਿਸ ਤਰੀਕੇ ਨਾਲ ਜਿਹੜੇ ਤੁਹਾਡੇ ਬੱਚੇ ਗ੍ਰੇਡਸ ਵਧੀਆ ਲੈ ਕੇ ਆ ਸਕਦੇ, ਸੈਲਫ ਕੌਨਫੀਡੈਂਸ ਇਨਕਰੀਜ਼ ਕਰ ਸਕਦੇ, ਪਲੱਸ ਉਹਨਾਂ ਦਾ ਇਮੋਸ਼ਨਲ ਲੈਵਲ, ਉਹਨਾਂ ਦਾ ਇੰਟੈਲੈਕਚੁਅਲ ਲੈਵਲ, ਉਹਨਾਂ ਦੀ ਪਰਸਨਲ ਗਰੋਥ ਐਂਡ ਡਿਵੈਲਪਮੈਂਟ, ਉਹ ਸਾਰਾ ਕੁਝ ਕਿਸ ਤਰੀਕੇ ਦੇ ਨਾਲ ਸਿਰਫ ਇੱਕ ਛੋਟੀ ਜਿਹੀ ਟ੍ਰੇਨਿੰਗ ਜਿਹੜੀ ਕਿ 16 ਦਿਨ ਦੀ ਹੈ, ਉਹਦੇ ਨਾਲ ਤੁਸੀਂ ਕਿਸ ਤਰੀਕੇ ਨਾਲ ਇੰਪਰੂਵ ਕਰ ਸਕਦੇ ਹੋ। ਹਾਂਜੀ, 16 ਦਿਨ ਦੀ ਇਹ ਟ੍ਰੇਨਿੰਗ ਕੁਝ ਖਾਸ ਹੀ ਟ੍ਰੇਨਿੰਗ ਹੈ, ਜਿਹੜੀ ਤੁਹਾਡੇ ਦਿਮਾਗ ਯਾਨੀ ਕਿ ਚੇਤਨ ਤੇ ਅਵਚੇਤਨ ਦੋਨਾਂ ਨੂੰ ਹੀ ਇਸ ਤਰੀਕੇ ਨਾਲ ਤੇਜ਼ ਕਰ ਦੇਗੀ ਕਿ ਬੱਚੇ ਦੀ ਕਨਸੈਂਟਰੇਸ਼ਨ ਦੀ ਜਿਹੜੀ ਪ੍ਰੋਬਲਮ ਹੈ ਉਹ ਬਿਲਕੁਲ ਜਿਹੜੀ ਖਤਮ ਹੋ ਜਾਏਗੀ, ਜਿਹੜੇ ਉਹਨਾਂ ਦੇ ਵਿੱਚ ਕਨਸੈਂਟਰੇਟ ਨਹੀਂ ਸੀ ਹੋ ਪਾ ਰਿਹਾ। ਇੱਥੋਂ ਤੱਕ ਕਿ ਬੱਚੇ ਕ੍ਰੀਏਟਿਵ ਵੀ ਹੋ ਜਾਣ। ਔਰ ਤੁਸੀਂ ਸਮਝਦੇ ਹੋ ਕਿ ਜਦੋਂ ਬੱਚੇ ਕ੍ਰੀਏਟਿਵ ਹੋ ਜਾਂਦੇ ਹਨ, ਉਸ ਤੋਂ ਬਾਅਦ ਉਹਨਾਂ ਦੇ ਕੌਨਫੀਡੈਂਸ ਲੈਵਲ ਕਿਸ ਤਰੀਕੇ ਦਾ ਹੁੰਦਾ ਹੈ, ਇਹ ਤੁਸੀਂ, ਮੈਂ ਤੁਹਾਨੂੰ ਕੀ ਦੱਸਾਂ, ਇਹ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ। ਹਾਂਜੀ, ਇੱਕ ਮੋਬਾਈਲ ਐਪ ਹੈ ਜਿਸ ਦੀ ਹੈਲਪ ਦੇ ਨਾਲ ਅਸੀਂ ਜਿਹੜੀ ਤੁਹਾਨੂੰ ਇਹ ਟ੍ਰੇਨਿੰਗ ਦਵਾਂਗੇ। ਹਾਂਜੀ, ਮੇਰੇ ਨਾਲ ਸਾਨੀਆ ਮਰਫਾਨੀ ਮੈਮ ਜੁੜ ਚੁੱਕੇ ਹਨ, ਜਿਹੜੇ ਕਿ ਮੇਰੇ ਨਾਲ ਫੈਲੋ ਟ੍ਰੇਨਰ ਹਨ, ਜਿੰਦੇ ਵਿੱਚ ਆਪਾਂ ਤੁਹਾਨੂੰ ਕੁਝ ਲਾਈਵ ਵੀਡੀਓ, ਲਾਈਵ ਡੈਮੋ ਦਿਖਾਵਾਂਗੇ। ਪਰ ਮੈਂ ਦੱਸ ਰਹੀ ਸੀ ਤੁਹਾਨੂੰ ਕਿ ਟ੍ਰੇਨਿੰਗ ਅਸੀਂ ਕਿਸ ਤਰੀਕੇ ਨਾਲ ਦਵਾਂਗੇ। ਸਾਡੀ ਇੱਕ ਬ੍ਰੇਨ ਪਾਵਰ ਦੀ ਐਪਲੀਕੇਸ਼ਨ ਹੈ, ਜਿਸ ਦੇ ਨਾਲ ਅਸੀਂ ਤੁਹਾਨੂੰ ਟ੍ਰੇਨਿੰਗ ਦਵਾਂਗੇ, ਜਿੰਦੇ ਵਿੱਚ ਕੁਝ ਐਕਸਰਸਾਈਜ਼ਸ ਹੋਣਗੀਆਂ, ਯਾਨੀ ਕਿ ਜਿਵੇਂ ਅਸੀਂ ਯੋਗਾ ਦੀ ਐਕਸਰਸਾਈਜ਼ ਕਰਦੇ ਹਾਂ, ਅਚਾਨਕ ਨਹੀਂ, ਅਕਸਰ ਅਸੀਂ ਸਕੂਲਾਂ ਦੇ ਵਿੱਚ ਦੇਖਦੇ ਹਾਂ ਕਿ ਸਵੇਰੇ ਪ੍ਰੇਅਰ ਤੋਂ ਬਾਅਦ ਜਿਹੜਾ ਉਹ ਯੋਗਾ ਕਰਵਾਇਆ ਜਾਂਦਾ ਜਾਂ ਫਿਰ ਪੀਟੀ ਕਰਵਾਈ ਜਾਂਦੀ ਹੈ। ਕਿਉਂ ਕਰਵਾਈ ਜਾਂਦੀ? ਤਾਂ ਜੋ ਸਾਰਾ ਦਿਨ ਜਿਹੜੇ ਉਹ ਸਾਡੇ ਬੱਚੇ ਜਿਹੜੇ ਐਕਟਿਵ ਰਹੇ, ਉਹ ਪੜ੍ਹਾਈ ਦੇ ਵਿੱਚ ਜਿਹੜਾ ਉਹ ਵਧੀਆ ਤਰੀਕੇ ਨਾਲ ਕਨਸੈਂਟਰੇਟ ਕਰ ਸਕਣ, ਕਲਾਸ ਦੇ ਵਿੱਚ ਜਿਹੜੇ ਵੀ ਸਬਜੈਕਟ ਉਹਨਾਂ ਨੂੰ ਪੜ੍ਹਾਏ ਜਾ ਰਹੇ ਹਨ ਉਹ ਉਹਨਾਂ ਨੂੰ ਬਹੁਤ ਹੀ ਅੱਛੀ ਤਰ੍ਹਾਂ ਨਾਲ ਅੰਡਰਸਟੈਂਡ ਕਰ ਸਕਣ। ਸੋ ਇਹ ਤਾਂ ਅਸੀਂ ਸਮਝਦੇ ਹਾਂ ਕਿ ਯੋਗਾ ਦੀ ਸਾਡੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਹੈ। ਉਸ ਤੋਂ ਬਾਅਦ ਪਹਿਲੀ ਆਪਸ਼ਨ ਹੋ ਗਈ ਕਿ ਸਾਡੀ ਐਪਲੀਕੇਸ਼ਨ ਥਰੂ ਜਿਹੜਾ ਅਸੀਂ ਤੁਹਾਨੂੰ ਯੋਗਾ ਐਕਸਰਸਾਈਜ਼ਸ ਕੁਝ ਕਰਵਾਵਾਂਗੇ, ਯਾਨੀ ਕਿ ਕੁਝ ਪੀਟੀ ਐਕਸਰਸਾਈਜ਼ਸ ਹੋਣਗੀਆਂ। ਉਸ ਤੋਂ ਬਾਅਦ ਦੀ ਜਿਹੜੀ ਐਕਸਰਸਾਈਜ਼ ਹੋਏਗੀ, ਯਾਨੀ ਕਿ ਅੱਖਾਂ ਦੀ ਐਕਸਰਸਾਈਜ਼, ਆਈ ਐਕਸਰਸਾਈਜ਼। ਆਈ ਐਕਸਰਸਾਈਜ਼ ਵੀ ਸਾਡੀ ਕਨਸੈਂਟਰੇਸ਼ਨ ਦੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਹਨ ਅੱਖਾਂ ਹਨ ਤੇ ਜਹਾਨ ਹੈ, ਅੱਖਾਂ ਗਈਆਂ ਤਾਂ ਜਹਾਨ ਗਿਆ, ਯਾਨੀ ਕਿ ਅੱਖਾਂ ਦੇ ਥਰੂ ਜਿਹੜੇ ਅਸੀਂ ਚੀਜ਼ਾਂ ਨੂੰ ਦੇਖਦੇ ਹਾਂ, ਤਸਵੀਰਾਂ ਨੂੰ ਦੇਖਦੇ ਹਾਂ, ਉਹਨਾਂ ਦੀ ਛਾਪ ਸਾਡੇ ਇੱਥੇ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਅਸੀਂ ਕਨਸੈਂਟਰੇਟ ਕਰਦੇ ਹਾਂ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਤੁਹਾਨੂੰ ਇਹ ਗੱਲ ਸਮਝਾਉਣਾ ਚਾਹਾਂਗੀ ਕਿ ਅੱਖਾਂ ਦੀ ਐਕਸਰਸਾਈਜ਼ ਜਿਹੜੀ ਉਹ ਕਿਉਂ ਇੰਪੋਰਟੈਂਟ ਹੈ। ਕਿਉਂਕਿ ਜਦੋਂ ਬੱਚਾ ਛੋਟਾ ਹੁੰਦਾ ਹੈ, ਜਦੋਂ ਨਰਸਰੀ ਕਲਾਸ ਦੇ ਵਿੱਚ ਜਾਂਦਾ ਹੈ, ਕਲਾਸ ਟੀਚਰ ਉਸਨੂੰ ਜਦੋਂ ਉਸਨੇ ਐਪਲ ਦਿਖਾਣਾ ਹੁੰਦਾ ਹੈ, ਐਪਲ ਬੱਚੇ ਨੂੰ ਸਮਝਾਉਣਾ ਹੁੰਦਾ ਹੈ ਕਿ ਦਿਸ ਇਜ਼ ਐਪਲ, ਦਿਸ ਇਜ਼ ਨਾਟ ਬਨਾਨਾ। ਅਗਰ ਐਪਲ ਬੱਚੇ ਨੂੰ ਦਿਖਾਣਾ ਹੈ ਤੇ ਉਹ ਐਪਲ ਦੇ ਓਰੀਜਨਲ ਟੀਚਰ ਉੱਥੇ ਬੱਚਿਆਂ ਨੂੰ ਦਿਖਾਏਗੀ। ਕਿਉਂ ਦਿਖਾਏਗੀ? ਕਿਉਂਕਿ ਅਗਰ ਉਹ ਓਰੀਜਨਲ ਐਪਲ ਨਹੀਂ ਦਿਖਾਏਗੀ, ਸਿਰਫ ਬਲੈਕ ਬੋਰਡ ਤੇ ਬਣਾ ਕੇ ਸਿਰਫ ਰੱਖ ਦੇਗੀ,
ਕਿ ਬਲੈਕ ਬੋਰਡ ਤੇ ਬਣਾ ਕੇ ਸਿਰਫ ਦਿਖਾ ਦੇਗੀ ਜਾਂ ਫਿਰ ਬੱਚਿਆਂ ਨੂੰ ਐਪਲ ਕਰਦੀ ਰਹੇਗੀ, ਐਪਲ ਹੀ ਬੋਲ ਕੇ ਦੱਸੇਗੀ, ਤੇ ਉਹ ਬੱਚਿਆਂ ਦੇ ਦਿਮਾਗ ਦੇ ਵਿੱਚ ਕਦੇ ਵੀ ਇਹ ਕਲੀਅਰ ਨਹੀਂ ਹੋ ਪਾਏਗਾ ਕਿ ਐਪਲ ਦਿਖਦਾ ਕਿਸ ਤਰੀਕੇ ਦਾ ਹੈ, ਐਪਲ ਦਾ ਰੰਗ ਕੀ ਹੁੰਦਾ ਹੈ, ਐਪਲ ਦੀ ਸ਼ੇਪ ਕੀ ਹੁੰਦੀ ਹੈ, ਐਪਲ ਦਾ ਸਾਈਜ਼ ਕੀ ਹੁੰਦਾ ਹੈ। ਸੋ ਇਹ ਬਹੁਤ ਜ਼ਿਆਦਾ ਜਿਹੜੀ ਬੱਚਿਆਂ ਦੇ ਵਾਸਤੇ ਮੁਸ਼ਕਿਲ ਹੋ ਜਾਏਗੀ। ਟੀਚਰ ਨੂੰ ਕੋਈ ਵੀ ਜਿਹੜੀ ਚੀਜ਼ ਬੱਚਿਆਂ ਨੂੰ ਅੰਡਰਸਟੈਂਡ ਕਰਵਾਉਣੀ ਹੈ, ਟੀਚਰ ਨੂੰ ਉਹ ਚੀਜ਼ ਓਰੀਜਨਲ ਹੀ ਬੱਚੇ ਨੂੰ ਉੱਥੇ ਦਿਖਾਣੀ ਹੋਵੇਗੀ। ਜਦੋਂ ਉਹੀ ਬੱਚਾ 3rd ਜਾਂ 4th ਕਲਾਸ ਵਿੱਚ ਚਲਾ ਜਾਂਦਾ ਹੈ, ਕਿਉਂਕਿ ਹੁਣ 3rd ਔਰ 4th ਟੀਚਰ ਨੂੰ ਇਹ ਪਤਾ ਹੈ ਕਿ ਆਲਰੇਡੀ ਬੱਚੇ ਨਰਸਰੀ ਤੋਂ ਲੈ ਕੇ 2nd ਕਲਾਸ ਤੱਕ ਬੱਚੇ ਨੂੰ ਇਹ ਦੇਖਦਾ ਆਇਆ ਹੈ, ਬੱਚਾ ਸਮਝ ਆਇਆ ਕਿ ਐਪਲ ਕੀ ਹੈ। ਹੁਣ ਟੀਚਰ ਐਪਲ ਨਹੀਂ ਦਿਖਾਏਗੀ 3rd 4th ਕਲਾਸ ਦੇ ਵਿੱਚ। ਹੁਣ ਸਿਰਫ ਅਗਰ ਟੀਚਰ ਬਲੈਕ ਬੋਰਡ ਤੇ ਐਪਲ ਦੀ ਸ਼ੇਪ ਵੀ ਬਣਾ ਦੇਗੀ ਤੇ ਬੱਚਾ ਅੰਡਰਸਟੈਂਡ ਕਰ ਜਾਏਗਾ ਕਿ ਐਪਲ ਕੀ ਹੈ, ਉਹ ਬਨਾਨਾ ਨਹੀਂ ਕਹੇਗਾ ਕਦੇ ਵੀ। ਅਦਰਵਾइज ਕੀ ਮੁਸ਼ਕਿਲ ਆਏਗੀ ਕਿ ਬੱਚੇ ਨੂੰ ਅਗਰ ਡਿਫਰੈਂਸ ਹੀ ਨਹੀਂ ਕਲੀਅਰ ਕਿ ਬਨਾਨਾ ਜਾਂ ਐਪਲ ਦੀ ਸ਼ੇਪ ਕਿਸ ਤਰੀਕੇ ਦੀ ਹੈ, ਸਾਈਜ਼ ਕਿਸ ਤਰੀਕੇ ਦਾ ਹੈ, ਕਲਰ ਕਿਸ ਤਰੀਕੇ ਦਾ ਹੈ, ਉਸਨੂੰ ਇਸ ਚੀਜ਼ ਦੀ ਦਿੱਕਤ ਆਣੀ ਜਿਹੜੀ ਉਹ ਲਾਜ਼ਮੀ ਹੈ। ਹੁਣ ਅਗਰ ਅਸੀਂ ਹੋਰ ਵੱਡੀ ਕਲਾਸ ਦੇ ਵਿੱਚ ਚਲੇ ਜਾਈਏ, ਯਾਨੀ ਕਿ 7th 8th ਦੇ ਵਿੱਚ ਚਲੇ ਜਾਈਏ, ਹੁਣ ਨਹੀਂ ਇਹ ਲੋੜ ਕਦੇ ਵੀ ਟੀਚਰ ਨੂੰ ਮਹਿਸੂਸ ਹੋਏਗੀ ਕਿ ਉਹ ਐਪਲ ਦੀ ਜਿਹੜੀ ਤਸਵੀਰ ਵੀ ਹੈ ਜਾਂ ਐਪਲ ਦੀ ਜਿਹੜੀ ਪਿਕਚਰ ਵੀ ਹੈ ਉਹ ਬਲੈਕ ਬੋਰਡ ਤੇ ਬਣਾ ਕੇ ਦੱਸੇ। ਆਈ ਥਿੰਕ ਬੱਚੇ ਨੂੰ ਸਿਰਫ ਐਪਲ ਕਹਿ ਦੇ ਔਰ ਬੱਚੇ ਨੂੰ ਇੰਨਾ ਕੁਝ ਸਫੀਸ਼ੀਐਂਟ ਹੋ ਜਾਂਦਾ ਹੈ ਕਿ ਉਹਨੂੰ ਪਤਾ ਹੈ ਕਿ ਐਪਲ ਕੀ ਹੈ, ਐਪਲ ਦਾ ਸਾਈਜ਼ ਕੀ, ਐਪਲ ਦੀ ਸ਼ੇਪ ਕੀ। ਯਾਨੀ ਕਿ ਅੱਖਾਂ ਦੇ ਥਰੂ ਜਿਹੜੀ ਇਮੇਜ ਸਾਡੇ ਦਿਮਾਗ ਦੇ ਵਿੱਚ ਬਣਦੀ ਹੈ ਉਹ ਉੱਥੇ ਫਿਕਸ ਹੋ ਜਾਂਦੀ ਹੈ, ਜਿਸ ਦੇ ਨਾਲ ਬੱਚੇ ਨੂੰ ਇਹ ਸਮਝਣ ਦੇ ਵਿੱਚ ਆਸਾਨੀ ਮਿਲਦੀ ਹੈ ਕਿ ਕਨਸੈਪਟ ਕੀ ਹੈ, ਅੰਡਰਸਟੈਂਡਿੰਗ ਕਿਸ ਲੈਵਲ ਦੀ ਕਰਨੀ ਹੈ ਔਰ ਕਿਸ ਚੀਜ਼ ਦੀ ਕਰਨੀ ਹੈ। ਸੋ ਸਾਡੀ ਇਸ ਐਪ ਦੇ ਵਿੱਚ ਪੀਟੀ ਐਕਸਰਸਾਈਜ਼ ਤੋਂ ਬਾਅਦ ਆਈ ਐਕਸਰਸਾਈਜ਼ ਹੈ, ਉਸ ਤੋਂ ਬਾਅਦ ਵਿਜ਼ੂਅਲਾਈਜੇਸ਼ਨ ਐਕਸਰਸਾਈਜ਼ ਹੈ। ਵਿਜ਼ੂਅਲਾਈਜੇਸ਼ਨ ਕੀ ਹੁੰਦਾ ਹੈ, ਜਿਵੇਂ ਮੈਂ ਤੁਹਾਨੂੰ ਇੱਥੇ ਕੁਝ ਬੋਲ ਕੇ ਦੱਸਾਂ, ਜਿਵੇਂ ਮੈਂ ਤੁਹਾਨੂੰ ਕਹਾਂ ਹਾਥੀ। ਹੁਣ ਤੁਸੀਂ ਹਾਥੀ ਦੇਖਿਆ ਹੋਇਆ, ਤੁਹਾਨੂੰ ਹਾਥੀ ਦਾ ਸਾਈਜ਼, ਹਾਥੀ ਸ਼ੇਪ ਪਤਾ ਹੈ। ਤੁਸੀਂ ਕਦੇ ਵੀ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਉਹ ਹਾਥੀ ਦੀ ਜਗ੍ਹਾ ਸੱਪ ਦੀ ਜਿਹੜੀ ਉਹ ਪਿਕਚਰ ਨਹੀਂ ਬਣੇਗੀ, ਹਾਥੀ ਹੀ ਤੁਹਾਡੇ ਦਿਮਾਗ 'ਚ ਆਇਆ, ਕਿਉਂਕਿ ਤੁਸੀਂ ਆਲਰੇਡੀ ਹਾਥੀ ਨੂੰ ਦੇਖਿਆ ਹੋਇਆ, ਤੁਹਾਨੂੰ ਪਤਾ ਹੈ ਹਾਥੀ ਕੀ ਹੁੰਦਾ ਹੈ, ਕਨਸੈਪਟ ਦੀ ਅੰਡਰਸਟੈਂਡਿੰਗ ਤੁਹਾਨੂੰ ਹੈ। ਇਸ ਕਰਕੇ ਤੁਹਾਡੇ ਦਿਮਾਗ ਦੇ ਵਿੱਚ ਕਦੇ ਵੀ ਸੱਪ ਦੀ ਇਮੇਜ ਨਹੀਂ ਬਣੇਗੀ ਹਾਥੀ ਜਗ੍ਹਾ ਦੀ। ਇਸ ਨੂੰ ਕਹਿੰਦੇ ਹਨ ਵਿਜ਼ੂਅਲਾਈਜੇਸ਼ਨ। ਜਦੋਂ ਵੀ ਕੋਈ ਦੂਸਰਾ ਬੰਦਾ ਗੱਲ ਬੋਲ ਰਿਹਾ ਹੋਵੇ, ਉਹਦੇ ਅਕੋਰਡਿੰਗ, ਉਹਦੀ ਗੱਲ ਦੇ ਅਕੋਰਡਿੰਗ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਤਸਵੀਰ ਬਣ ਜਾਵੇ, ਉਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਵਿਜ਼ੂਅਲਾਈਜੇਸ਼ਨ। ਲਾਸਟ ਐਂਡ ਇੰਪੋਰਟੈਂਟ ਐਕਸਰਸਾਈਜ਼, ਸਾਊਂਡ ਫ੍ਰੀਕੁਐਂਸੀ। ਸਾਊਂਡ ਫ੍ਰੀਕੁਐਂਸੀ ਦਾ ਮਤਲਬ ਸਾਡੀ ਇਸ ਐਪ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਬ੍ਰੇਨ ਦੀ ਟ੍ਰੇਨਿੰਗ ਨੂੰ ਲੈ ਕੇ, ਉਹ ਹੈ ਸਾਊਂਡ ਫ੍ਰੀਕੁਐਂਸੀ। ਯਾਨੀ ਕਿ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਲੈ ਕੇ ਫਿਰ ਤੁਹਾਨੂੰ ਸਮਝਾਉਣਾ ਚਾਹਾਂਗੀ। ਉਸ ਤੋਂ ਬਾਅਦ ਅਸੀਂ ਸਿੱਧਾ ਸਾਨੀਆ ਮੈਮ ਦੇ ਕੋਲ ਚੱਲਾਂਗੇ, ਉਹਨਾਂ ਦੇ ਬੱਚਿਆਂ ਦਾ ਡੈਮੋ ਦੇਖਣ ਕਿ ਕਿਸ ਤਰੀਕੇ ਨਾਲ ਸਾਨੀਆ ਮੈਮ ਨੇ ਜਿਹੜੀ ਉਹ 16 ਦਿਨ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜੀ ਉਹ ਕਨਸੈਂਟਰੇਸ਼ਨ ਲੈਵਲ ਵਧਾਇਆ ਹੈ। ਔਰ ਇਹਦੇ ਨਾਲ ਇੱਕ ਹੋਰ ਐਡੀਸ਼ਨਲ ਜਿਹੜਾ ਬੈਨੀਫਿਟ ਹੈ, ਮੈਂ ਉਹਦੀ ਵੀ ਗੱਲ ਕਰਾਂਗੀ। ਉਸ ਤੋਂ ਪਹਿਲਾਂ ਮੈਂ ਸਾਊਂਡ ਫ੍ਰੀਕੁਐਂਸੀ ਜਿਹੜੀ ਉਹ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੱਚਿਆਂ ਨੂੰ ਗਾਣੇ ਬਹੁਤ ਛੇਤੀ ਯਾਦ ਹੋ ਜਾਂਦੇ ਆ, ਕਿਉਂਕਿ ਉਹ ਮਿਊਜ਼ਿਕ ਦੇ ਨਾਲ ਜਿਹੜੇ ਬੋਲੇ ਹੋਏ ਹੁੰਦੇ। ਈਵਨ ਬੱਚਿਆਂ ਨੂੰ ਬੋਲ ਯਾਦ ਹੁੰਦੇ ਆ, ਬੱਚਿਆਂ ਨੂੰ ਐਕਟਰ, ਸਿੰਗਰ, ਡਾਇਰੈਕਟਰ, ਪ੍ਰੋਡਿਊਸਰ ਸਭ ਯਾਦ ਹੁੰਦਾ ਹੈ। ਬਟ ਅਗਰ ਬੱਚਾ ਤੁਹਾਡਾ 7th ਕਲਾਸ ਦੇ ਵਿੱਚ ਹੈ, ਅਗਰ ਉਹਨੂੰ ਤੁਸੀਂ 6th ਕਲਾਸ ਦੇ ਕਿਸੇ ਵੀ ਸਬਜੈਕਟ ਦਾ ਕੋਈ ਵੀ ਕਨਸੈਪਟ ਪੁੱਛ ਲਓ, ਉਹਨੂੰ ਉਹ ਯਾਦ ਨਹੀਂ ਹੋਏਗਾ। ਕਿਉਂ ਨਹੀਂ ਯਾਦ ਹੋਏਗਾ? ਉਹ ਐਸੇ ਕਰਕੇ ਯਾਦ ਨਹੀਂ ਹੋਏਗਾ ਕਿਉਂਕਿ ਬੱਚੇ ਨੇ ਇੰਨੀ ਕਨਸੈਂਟਰੇਸ਼ਨ ਨਾਲ, ਇੰਨੀ ਅੰਡਰਸਟੈਂਡਿੰਗ ਨਾਲ ਉਹ ਕਨਸੈਪਟ ਨੂੰ ਦੇਖਿਆ ਹੀ ਨਹੀਂ, ਸਮਝਿਆ ਹੀ ਨਹੀਂ। ਪਰ ਗਾਣੇ ਨੂੰ ਕਿਉਂ ਇੰਨੀ ਛੇਤੀ ਸਮਝ ਲਿਆ, ਗਾਣੇ ਦੇ ਬੋਲ ਕਿਦਾਂ ਉਹਨੂੰ ਯਾਦ ਹੋ ਗਏ, ਇਸ ਦੇ ਵਿੱਚ ਜਿਹੜੀ ਬੜੀ ਰਾਜ਼ ਵਾਲੀ ਗੱਲ ਹੈ ਕਿ ਜਿਹੜੀ ਵੀ ਚੀਜ਼ ਤੁਸੀਂ ਮਿਊਜ਼ਿਕ ਦੇ ਨਾਲ ਕਰੋਗੇ, ਉਹ ਤੁਹਾਨੂੰ ਹਮੇਸ਼ਾ ਲਈ ਯਾਦ ਹੋ ਜਾਏਗੀ। ਜੀ ਹਾਂ, ਹਮੇਸ਼ਾ ਲਈ। ਸਿਰਫ ਇਹ ਨਹੀਂ ਹੈ ਕਿ 1 ਸਾਲ ਲਈ ਯਾਦ ਹੋ ਗਈ ਜਾਂ 2 ਸਾਲਾਂ ਲਈ ਯਾਦ ਹੋ ਗਈ। ਜਿੰਨੀ ਦੇਰ ਤੱਕ ਤੁਹਾਡੀ ਉਮਰ ਹੈ, ਉਨੀ ਦੇਰ ਤੱਕ ਤੁਹਾਨੂੰ ਉਹ ਗੱਲ ਯਾਦ ਰਹੇਗੀ। ਫॉर एग्जांपल ਇੱਕ ਵਾਰ ਕੀ ਹੋਇਆ, ਇੱਕ ਮੈਥ ਟੀਚਰ ਆਪਣੀ ਕਲਾਸ ਦੇ ਵਿੱਚ ਨਹੀਂ ਟਾਈਮ ਨਾਲ ਪਹੁੰਚ ਸਕੀ ਬਿਕੋਜ਼ ਉਹ ਉਸ ਦਿਨ ਛੁੱਟੀ ਤੇ ਸੀ। ਉਹਦੀ ਜਗ੍ਹਾ ਤੇ ਇੱਕ ਮਿਊਜ਼ਿਕ ਟੀਚਰ ਨੂੰ ਜਿਹੜਾ ਕਲਾਸ ਵਿੱਚ ਭੇਜਿਆ ਗਿਆ ਐਡਜਸਟਮੈਂਟ ਪੀਰੀਅਡ ਲਗਾਉਣ ਲਈ। ਤੇ ਉਸ ਟੀਚਰ ਨੇ ਕੀ ਕੀਤਾ ਕਿ ਮੈਥ ਦਾ ਪੀਰੀਅਡ ਸੀ ਬੱਚਿਆਂ ਦਾ, ਇਸ ਕਰਕੇ ਉਹਨੇ ਜ਼ਰੂਰੀ ਸਮਝਿਆ ਕਿ ਮੈਂ ਇਹਨਾਂ ਬੱਚਿਆਂ ਨੂੰ ਜਿਹੜਾ ਉਹ ਟੇਬਲ ਲਰਨ ਕਰਵਾ ਦਾਂ। ਉਹ ਮਿਊਜ਼ਿਕ ਦੇ ਟੀਚਰ ਸੀ ਔਰ ਤੁਸੀਂ ਹੈਰਾਨ ਹੋਵੋਗੇ, ਉਹਨੇ ਮੈਥ ਦੇ ਜਿਹੜੇ ਉਹ ਟੇਬਲਸ ਨੇ 17 to 19 ਉਹਨੇ ਬਹੁਤ ਹੀ ਅਨੋਖੇ ਤਰੀਕੇ ਨਾਲ ਯਾਦ ਕਰਵਾਏ। ਜੀ ਹਾਂ, ਮਿਊਜ਼ਿਕ ਦੇ ਨਾਲ ਉਹਨਾਂ ਨੂੰ ਯਾਦ ਕਰਵਾਈ, ਇੱਕ ਟਿਊਨ ਬਣਾਈ ਜਿੰਦੇ ਨਾਲ ਉਹਨਾਂ ਨੇ
उस टीचर ने उन्होंने बच्चों ਨੂੰ 17 18 एंड 19 ਦਾ ਟੇਬਲ ਲਰਨ ਕਰਵਾ ਕੇ ਗਈ ਉਹੀ ਪੀਰੀਅਡ ਦੇ ਵਿੱਚ ਜਿਹੜਾ ਕਿ ਸਿਰਫ 40 ਮਿੰਟ ਦਾ ਹੁੰਦਾ ਉਹੀ ਮੈਥਸ ਟੀਚਰ ਹੈ ਜਿਸ ਨੇ ਬਿਲਕੁਲ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਟੇਬਲ ਲਰਨ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਬੱਚਿਆਂ ਨੇ ਲਰਨ ਨਹੀਂ ਕੀਤਾ ਪਰ ਉਹੀ 뮤직 ਟੀਚਰ ਨੇ 17 18 19 ਦਾ ਡਿਫਿਕਲਟ ਟੇਬਲ ਜਿਹੜਾ ਕਿ ਆਮ ਤੌਰ ਤੇ ਕਈ ਟੀਚਰਸ ਨੂੰ ਵੀ ਨਹੀਂ ਆਉਂਦਾ ਹੁੰਦਾ ਉਹ ਜਿਹੜਾ ਉਹ ਬੱਚਿਆਂ ਨੂੰ ਲਰਨ ਕਰਵਾ ਕੇ ਗਈ ਇੱਥੋਂ ਤੁਸੀਂ ਇਹ ਗੱਲ ਸਮਝ ਸਕਦੇ ਹੋ ਕਿ ਸਾਊਂਡ ਦੀ ਸਾਡੀ ਲਾਈਫ ਦੇ ਵਿੱਚ ਯਾਨੀ ਕਿ 뮤직 ਦੀ ਸਾਡੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਹੈ ਇਹ ਸਾਰੀ ਐਕਸਰਸਾਈਜ਼ਸ ਦੇ ਨਾਲ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਨੀ ਹਾਂ ਕਿ ਤੁਹਾਡੇ ਬੱਚੇ ਦੇ ਵਿੱਚ ਜਿਹੜੀ ਇਹ ਕਨਸੈਂਟਰੇਸ਼ਨ ਦੀ ਘਾਟ ਹੈ ਉਹ ਪ੍ਰੋਬਲਮ ਹੈ ਉਹ ਡੈਫੀਨੇਟਲੀ ਸੋਲਵ ਹੋ ਜਾਏਗੀ ਇਹ ਤੁਹਾਨੂੰ ਮੈਂ 100% ਜਿਹੜਾ ਉਹ ਐਸ਼ੋਰਟੀ ਦਿਵਾਨੀ ਹਾਂ ਕਿਉਂਕਿ ਇਹ ਗੱਲ ਤੁਸੀਂ ਯਕੀਨ ਮੰਨੋ ਕਿ ਆਫਟਰ ਦਿਸ ਟ੍ਰੇਨਿੰਗ 16 ਦਿਨ ਦੀ ਟ੍ਰੇਨਿੰਗ ਦੇ ਦੌਰਾਨ ਹੀ ਤੁਹਾਨੂੰ ਜਿਹੜੇ ਉਹ ਅਸਰ ਦਿਖਣਾ ਸ਼ੁਰੂ ਹੋ ਜਾਏਗਾ 16 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਵੀ ਅਸਰ ਦਿਖੇਗਾ ਹੁਣ ਮੈਂ ਵਧਦੀ ਹਾਂ ਆਪਣੇ ਐਡੀਸ਼ਨਲ ਬੈਨੀਫਿਟ ਵੱਲ ਐਡੀਸ਼ਨਲ ਬੈਨੀਫਿਟ ਮੈਂ ਜਿੱਦਾਂ ਕਿ ਤੁਹਾਨੂੰ ਕਿਹਾ ਸੀ ਬੇਸਿਕ ਜਿਹੜਾ ਸਾਡਾ ਇਸ ਟ੍ਰੇਨਿੰਗ ਦਾ ਪਰਪਸ ਹੈ ਉਹ ਤੁਹਾਡੇ ਬੱਚੇ ਦੀ ਕਨਸੈਂਟਰੇਸ਼ਨ ਨੂੰ ਲੈ ਕੇ ਹੀ ਹੈ ਉਹਦੇ ਕਨਸੈਪਟ ਦੇ ਅੰਡਰਸਟੈਂਡਿੰਗ ਲੈਵਲ ਨੂੰ ਲੈ ਕੇ ਹੀ ਹੈ ਉਹਦੇ ਗ੍ਰੇਡਸ ਇੰਪਰੂਵਿੰਗ ਨੂੰ ਲੈ ਕੇ ਹੀ ਹੈ ਉਹਦਾ ਕੌਨਫੀਡੈਂਸ ਬਿਲਡ ਕਰਨ ਨੂੰ ਹੈ ਉਹਦਾ ਪਰਸਨਲ ਡਿਵੈਲਪਮੈਂਟ ਐਂਡ ਗਰੋਥ ਦੇ ਕਨਸੈਪਟ ਨੂੰ ਹੀ ਅਸੀਂ ਬੇਸਿਕ ਮੰਨ ਕੇ ਚੱਲਦੇ ਹਾਂ ਸਾਡਾ ਟ੍ਰੇਨਿੰਗ ਦਾ ਪਰਪਸ ਸਿਰਫ ਇਹੀ ਹੈ ਪਰ ਹੁਣ ਇਹਦੇ ਨਾਲ ਇੱਕ ਐਡੀਸ਼ਨਲ ਬੈਨੀਫਿਟ ਆ ਰਿਹਾ ਜਿੰਦੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇਸ ਟ੍ਰੇਨਿੰਗ ਨੂੰ ਕਰਦਿਆਂ ਦੌਰਾਨ ਸਾਡੇ ਬੱਚੇ ਜਿਹੜੇ 6 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਹਨ ਉਹ ਅੱਖਾਂ ਤੇ ਪੱਟੀ ਬਣ ਕੇ ਕੁਝ ਵੀ ਦੇਖ ਸਕਦੇ ਨੇ ਕੁਝ ਵੀ ਲਿਖ ਸਕਦੇ ਕੁਝ ਵੀ ਪੜ੍ਹ ਸਕਦੇ ਜੀ ਹਾਂ ਇਹ ਹੈਰਾਨ ਕਰਨ ਵਾਲੀ ਗੱਲ ਹੈ ਪਰ ਇਹ ਸੱਚ ਹੈ ਜਿੰਨਾ ਮੈਂ ਤੁਹਾਨੂੰ ਜਿਹੜਾ ਲਾਈਵ ਜਿਹੜਾ ਉਹ ਜ਼ਰੂਰ ਦਿਖਾਵਾਂਗੀ ਕਿ ਬੱਚੇ ਕਿਸ ਤਰੀਕੇ ਨਾਲ ਅੱਖਾਂ ਤੇ ਪੱਟੀ ਬਣ ਕੇ ਸਭ ਕੁਝ ਦੇਖ ਸਕਣਗੇ ਪੜ੍ਹ ਸਕਣਗੇ ਲਿਖ ਸਕਣਗੇ ਤੁਹਾਡੇ ਲਈ ਇਹ ਯਕੀਨ ਕਰਨਾ ਬਹੁਤ ਹੀ ਔਖਾ ਹੋਏਗਾ ਪਰ ਇਹ ਸੱਚ ਹੈ ਜਿਸ ਨੂੰ ਮੈਂ ਥੋੜੇ ਟਾਈਮ ਦੇ ਵਿੱਚ ਆਪਣੇ ਫੈਲੋ ਟ੍ਰੇਨਰ ਸਾਨੀਆ ਮਰਫਾਨੀ ਮੈਮ ਦੇ ਨਾਲ ਜਿਹੜਾ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੀ ਕਿ ਬੱਚੇ ਅੱਖਾਂ ਤੇ ਪੱਟੀ ਬਣ ਕੇ ਕਿਸੇ ਵੀ ਕਲਰ ਨੂੰ ਰੈਕੋਗਨਾਈਜ਼ ਕਰ ਸਕਦੇ ਉੜਦੇ ਹੋਏ ਪੰਛੀਆਂ ਨੂੰ ਗਿਣ ਸਕਦੇ ਨੇ ਜਾਂ ਫਿਰ ਤੁਸੀਂ ਸਾਹਮਣੇ ਬੈਠੇ ਹੋ ਤੁਸੀਂ ਕਿਸ ਰੰਗ ਦੇ ਕੱਪੜੇ ਪਾਏ ਨੇ ਉਹ ਦੱਸ ਸਕਦੇ ਹਨ ਜਾਂ ਫਿਰ ਤੁਸੀਂ ਉਹਨਾਂ ਨੂੰ ਕੋਈ ਵੀ ਕਿਤਾਬ ਦੇ ਦਿਓ खुद कोई पन्ना खोल के दो और उन्हें पूछो कि केड़ा पन्ना लेफ्ट हैंड से केड़ा पन्ना सज्जे हाथ से उस पेज से की लिखिया है उस पेज दे उत्ते किन्नियां फिगर्स बनियां ने की उनदे उत्ते लिखिया होया है या फिर तुसी अपनी जेब दे विचों कोई भी करेंसी नोट कट के दे दो चाहे वो 10 दा दे दो चाहे वो 2000 दा दे दो उनदे उत्ते एक सीरियल नंबर हुंदा है वो जेड़ा वो बच्चे आराम दे नाल पढ़ सकदे हैं वो सारा कुछ दसणगे ये गल बिल्कुल सच है ਤੇ ਮੈਂ ਜ਼ਿਆਦਾ ਸਮਾਂ ਨਾ ਤੁਹਾਡਾ ਲੈਂਦੇ ਹੋਏ ਮੈਂ ਸਾਨੀਆ ਮੈਮ ਨੂੰ ਰਿਕੁਐਸਟ ਕਰਾਂਗੀ ਕਿ ਸਾਨੀਆ ਮੈਮ ਆਪਣੇ ਸਟੂਡੈਂਟਸ ਦੇ ਨਾਲ ਜਿਹੜਾ ਹੈ ਆਪਣੇ ਦੋ ਸਟੂਡੈਂਟਸ ਦੇ ਨਾਲ ਇੱਥੇ ਪ੍ਰੈਜ਼ੈਂਟ ਹੋਏ ਹਨ ਤੁਹਾਡੇ ਸਾਹਮਣੇ ਔਰ ਉਹ ਆਪਣੇ ਬੱਚਿਆਂ ਦਾ ਜਿਹੜਾ ਉਹ ਲਾਈਵ ਡੈਮੋ ਦੇਣਗੇ ਜਿੰਦੇ ਵਿੱਚ ਬੱਚੇ ਅੱਖਾਂ ਤੇ ਪੱਟੀ ਬੰਨ ਕੇ ਜਿਹੜਾ ਉਹ ਤੁਹਾਨੂੰ ਜੋ ਇਹ ਕਰਕੇ ਦਿਖਾਣਗੇ ਤੁਸੀਂ ਚਾਹੋ ਤੇ ਕਮੈਂਟ ਬਾਕਸ ਦੇ ਵਿੱਚ ਵੀ ਸਾਨੂੰ ਇਹ ਲਿਖ ਕੇ ਦੱਸ ਸਕਦੇ ਹੋ ਕਿ ਤੁਸੀਂ मतलब जो भी एक्टिविटी चल रही होएगी उनके बारे तुसी सानू दस सकदे हो कि तुसी की चाहते हो जिवें मैम इत्थे तुहानू अखां ते पट्टी बन के बच्चे नू कोई किताब दा पन्ना खोल के देणगे ते तुसी दस सकदे हो जी तुसी केड़ा पन्ना नंबर जेड़ा ओह खुलवाना चाहते हो हाँ जी सानिया मरफानी मैम सानिया मैम प्लीज आप वेलकम My name is Sania Marfani and I am from Jamshedpur and I have trained these two kids. One name is Mehwish Aftab and here is my younger sister. Her name is Iram Fatima. So now I will tell her to read the book blindfolded. You can tell me any page number from this book and she will read it. जी हाँ तुसी कमेंट बॉक्स ਦੇ ਵਿੱਚ ਸਾਨੂੰ ਕੋਈ ਵੀ ਜਿਹੜਾ ਪੇਜ ਨੰਬਰ ਲਿਖ ਕੇ ਦਿਓ ਮੈਮ ਉਹੀ ਕੱਢਣਗੇ ਬਟ ਉਹ ਬੱਚਿਆਂ ਨੂੰ ਨਹੀਂ ਦੱਸਣਗੇ ਔਰ ਬੱਚਾ ਆਪਣੇ ਆਪ ਦੱਸੇਗਾ ਕਿ ਸਾਨੀਆ ਮੈਮ ਨੇ ਉਹਨਾਂ ਨੂੰ ਕਿਹੜਾ ਜਿਹੜਾ ਉਹ ਬੁੱਕ ਦਾ ਪੇਜ ਨੰਬਰ ਖੋਲ ਕੇ ਦਿੱਤਾ ਹੈ ਤੁਹਾਡੇ ਵਿੱਚੋਂ ਕੋਈ ਵੀ ਜਿਹੜਾ ਹੈ ਉਹ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸ ਸਕਦਾ ਹੈ
मैम जिन्नी देर कोई कमेंट आंदा है प्लीज तुसी अपने कोलों जेड़ा वो पेज नंबर इत्थे सानू स्क्रीन ते शो कर। हाँ जी मैम पेज नंबर आ चुके हैं, तुसी प्लीज पढ़ के बोलियो ना। Okay. Yeah. ये बच्चे दसणगे कि मैम ने केड़ा पेज नंबर वो जेड़ा खोल के दिता है, लेफ्ट दा भी राइट दा भी। प्लीज सानू सानिया मैम इत्थे एक बारी उंदे उत्ते शो कर देना स्क्रीन ते। 9 page number. मैम बोलना नहीं। Okay. Now I'm giving this page to Iram. Okay, Iram, read the book. Activity. Gaseous states of matter. Out of the 3 states of matter, the interparticle spaces are the maximum in the gaseous state. Beta, how many figures? Beta, how many figures drawn on this paper? Drawn on this page? 4. Can you tell me what are these figures? One is balloon. There are 5 balloons: purple, blue, green, orange, red, and there's gas cylinder also. Good, very good. And there's a 2 beakers. In one beaker there's purple color, and then second beaker there's orange color. Good, very good. Okay, good, very good. मैम कमेंट बॉक्स विच दूसरा पेज आया है, दूसरा पेज Yeah. आया है, ओपन दैट पेज एंड प्लीज डोंट टेल Okay. just show the page number. Okay, fine. थोड़ा सा और क्लोज कर दीजिए मैम, at least viewers can see what is the written on that page. Beta, tell me the page number. 15. Are you sure? No, ma'am, 13. Good, very good. Okay, what is the written on this page? MCQ based students worksheet. Is there any figure on this page, beta? No, ma'am. Are you sure? Yes, ma'am. According to the ancient philosopher, matter consists of 3 constituents, 5 constituents, 4 constituents, 6 constituents. Which of the following is not a matter? Air, dust. Good. Very good. Heating of coal, humidity. Good. Which of the following statements is not correct? Matter is constituents in matter. Interparticles in spaces are maximum in the gaseous state of a substance. Particles which constitute the gaseous state of matter follow a exact path. जिस तरह के तुसी सारे देख रहे हो कि बच्चा सिर्फ एक फील दे नाल एक स्किल दे नाल सारी चीजें पढ़ पा रहे और हाँ जी चरणजीत मैम का मैसेज आया कुछ सवाल कुछ कमेंट्स आ रहे हैं ना बिफोर वी गो हेड एक वैसे तो पसंद किया जा रहा है प्रोग्राम बट एक जेड़ा कमेंट है वो आया है कि अंध भगती सिखलाई है ते नाल कहंदे कि बच्चे मानसिक विकास मतलब कि किस तरह थोड़ा सा एक्सप्लेन करो सवाल आया सीगा कि अंध भगती है फिर उन्होंने कहूंगी कि जां ते वो जेड़ा नंबर चल रहा ओदे ते WhatsApp कॉल करके ते दसन के किस तरह अंध भगती या फिर कमेंट्स में लिख के दसन के अंध भगती हां जी
ਜੀ ਮੈਂ ਬੱਚੇ ਦਾ ਮਾਨਸਿਕ ਵਿਕਾਸ ਤਾਂ ਜਿਹੜਾ ਹੈ ਇਸ ਥੋੜੇ ਜਿਹੀ ਤਰੀਕੇ ਤੁਹਾਡੀ ਦੇ ਨਾਲ ਆਵਾਜ਼ ਥੋੜੀ ਜਿਹੀ ਉੱਚੀ ਬੋਲੋ ਆਤਮਜੀਤ ਜੀ, ਥੋੜੇ ਜਿਹੀ ਉੱਚੀ ਬੋਲੋ। ਹਾਂਜੀ, ਬੱਚੇ ਦਾ ਮਾਨਸਿਕ ਵਿਕਾਸ ਦਾ ਇਸ ਤਰੀਕੇ ਦੇ ਨਾਲ ਬਿਲਕੁਲ ਸੰਭਵ ਹੈ ਕਿ ਜਿੱਦਾਂ ਕਿ ਮੈਂ ਤੁਹਾਨੂੰ ਇਹ ਦੱਸ ਚੁੱਕੀ ਹਾਂ ਕਿ ਸਾਡੀ ਟ੍ਰੇਨਿੰਗ ਦਾ ਬੇਸਿਕ ਪਰਪਸ ਹੈ ਬੱਚੇ ਦੀ ਕਨਸੈਂਟ੍ਰੇਸ਼ਨ ਨੂੰ ਜਿਹੜਾ ਉਹ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ। ਸ਼ਮਾ ਮੈਮ ਐਕਚੁਅਲੀ ਨਾ ਇੱਥੇ ਇਕੋ ਦੀ ਪ੍ਰੋਬਲਮ ਆ ਰਹੀ ਹੈ। ਹਾਂਜੀ, ਥੋੜੀ ਜਿਹੀ ਨਾ ਤੁਹਾਡੀ ਡਿਸਟਰਬੈਂਸ ਵੀ ਹੈਗੀ ਆ। ਹੁਣ ਉਹ ਆਈ ਥਿੰਕ ਹੁਣ ਠੀਕ ਹੋਏਗਾ। ਆਈ ਥਿੰਕ ਸਾਨੀਆ ਜੀ ਦੇ ਥੋੜੀ ਜਿਹੀ ਡਿਸਟਰਬੈਂਸ ਆ ਜੀ। ਹਾਂਜੀ, ਸਾਨੀਆ ਜੀ ਸਾਨੀਆ I'll keep you on mute ਤੇ ਜਦ when we will need we can unmute you, okay? Yes, ਹਾਂਜੀ ਆਤਮਜੀਤ ਜੀ। ਹਾਂਜੀ, ਬੱਚੇ ਦਾ ਮਾਨਸਿਕ ਵਿਕਾਸ ਇਸ ਤਰੀਕੇ ਨਾਲ ਬਿਲਕੁਲ ਸੰਭਵ ਹੈ ਕਿ ਜਿੱਦਾਂ ਕਿ ਮੈਂ ਪਹਿਲਾਂ ਹੀ ਛੋਟੇ-ਛੋਟੇ ਪੁਆਇੰਟਸ ਨੂੰ ਐਕਸਪਲੇਨ ਕੀਤਾ ਹੈ ਕਿ ਕਿਸ ਤਰੀਕੇ ਜਿਹੜਾ ਹੈ ਮਿਊਜ਼ਿਕ ਸਾਡੀ ਲਾਈਫ ਦੇ ਵਿੱਚ ਇੰਪੋਰਟੈਂਟ ਰੱਖਦਾ ਹੈ। ਸਾਡੇ ਸਾਰਿਆਂ ਦੀ ਲਾਈਫ ਦੇ ਵਿੱਚ, ਇਹ ਨਹੀਂ ਹੈ ਕਿ ਸਿਰਫ ਬੱਚਿਆਂ ਦੀ ਲਾਈਫ ਦੇ ਵਿੱਚ ਇੰਪੋਰਟੈਂਸ ਰੱਖਦਾ ਹੈ। ਅਸੀਂ ਵੀ, ਮੈਂ ਪਹਿਲਾਂ ਹੀ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਜਿੱਦਾਂ ਅਸੀਂ ਸਾਰਾ ਦਿਨ ਜਿਹੜਾ ਕੋਈ ਗਾਣੇ ਦੀ ਧੁਨ ਸੁਣਦੇ ਰਹੀਏ ਤਾਂ ਉਹ ਸਾਰਾ ਦਿਨ ਹੀ ਸਾਡੇ ਦਿਮਾਗ ਦੇ ਵਿੱਚ ਰਾਤ ਤੱਕ ਵੱਜਦੀ ਰਹਿੰਦੀ। ਕਈ ਵਾਰੀ ਤਾਂ ਉਹ ਸੁਪਨੇ ਦੇ ਵਿੱਚ ਵੀ ਜਿਹੜਾ ਉਹ ਪੂਰਾ ਦਾ ਪੂਰਾ ਅਸਰ ਕਰਦੀ ਹੈ। ਇਹ ਸਿਰਫ ਬੱਚਿਆਂ ਦੇ ਲਈ ਨਹੀਂ ਹੈ, ਇਹਦੇ ਵਿੱਚ ਮੈਂ ਇਹ ਗੱਲ ਸਿਰਫ ਇਹ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ 100% ਦੀ ਜਿਹੜੀ ਮੈਂ ਗਰੰਟੀ ਲੈ ਰਹੀ ਹਾਂ ਉਹ 6 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਦੇ ਮਾਨਸਿਕ ਵਿਕਾਸ ਦੀ ਜਿਹੜੀ ਮੈਂ ਗਰੰਟੀ ਲੈ ਰਹੀ ਹਾਂ, ਕਿਉਂਕਿ ਆਮ ਤੌਰ ਤੇ ਬੱਚਿਆਂ ਨੂੰ ਐਸੇ ਉਮਰ ਦੇ ਵਿੱਚ ਜਿਹੜੀ ਹੈ ਉਹ ਪੜ੍ਹਾਈ ਦੇ ਕਨਸੈਪਟ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਦਿੱਕਤ ਆਉਂਦੀ, ਕਿਉਂਕਿ ਸਬਜੈਕਟਸ ਇੰਨੇ ਡਿਫਿਕਲਟ ਹੁੰਦੇ ਜਾ ਰਹੇ ਔਰ ਡੇ ਬਾਈ ਡੇ ਇੰਨਾ ਕੰਪੀਟੀਸ਼ਨ ਇਨਕਰੀਜ਼ ਹੋ ਰਿਹਾ ਹੈ। ਚੰਗੀ ਭਲੀ ਅੱਖਾਂ ਬੰਦ ਕਰਕੇ ਬੱਚੇ ਦਾ ਮਾਨਸਿਕ ਵਿਕਾਸ ਨਹੀਂ ਹੋ ਸਕਦਾ। ਮੈਮ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਵਿਜ਼ੂਅਲਾਈਜੇਸ਼ਨ ਦੀ ਜਿਹੜੀ ਮੇਰਾ ਕਨਸੈਪਟ ਹੈ ਤੁਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਕਿ ਵਿਜ਼ੂਅਲਾਈਜੇਸ਼ਨ ਜਿਹੜੀ ਉਹ ਸਾਡੀ ਲਾਈਫ ਦੇ ਵਿੱਚ ਬੜੀ ਇੰਪੋਰਟੈਂਸ ਹੈ, ਜਿੰਦੀ ਮੈਂ ਛੋਟੀ ਐਗਜ਼ਾਮਪਲ ਮੈਂ ਦੇ ਕੇ ਹਟੀ ਹਾਂ ਕਿ ਕਿਸ ਤਰੀਕੇ ਨਾਲ ਨਰਸਰੀ ਕਲਾਸ ਦੀ ਟੀਚਰ ਬੱਚੇ ਨੂੰ ਓਰੀਜਨਲ ਸੇਬ ਦਿਖਾਉਂਦੀ ਹੈ ਔਰ 3rd 4th ਕਲਾਸ ਦੀ ਟੀਚਰ ਬੱਚੇ ਨੂੰ ਸੇਬ ਦੀ ਸਿਰਫ ਪਿਕਚਰ ਬਣਾ ਕੇ ਦਿਖਾਉਂਦੀ ਹੈ ਔਰ 7th 8th ਕਲਾਸ ਦੀ ਟੀਚਰ ਬੱਚੇ ਨੂੰ ਸਿਰਫ ਐਪਲ ਪ੍ਰੋਨਾਉਂਸ ਕਰਕੇ ਹੀ ਦਿਖਾਉਂਦੀ ਹੈ, ਜਿਸ ਦੇ ਨਾਲ ਬੱਚਿਆਂ ਦੀ ਜਿਹੜੀ ਸਮਝ ਦੀ ਜਿਹੜੀ ਉਹ ਪਰਖ ਜਿਹੜੀ ਆਪਾਂ ਕਰ ਸਕਦੇ ਹਾਂ। ਤਾਂ ਬਹੁਤ ਹੀ ਛੋਟੀ ਜਿਹੀ ਐਗਜ਼ਾਮਪਲ ਮੈਂ ਲਈ ਹੈ ਔਰ ਉਸ ਤੋਂ ਬਾਅਦ ਮੈਂ ਮਿਊਜ਼ਿਕ ਦੀ ਐਗਜ਼ਾਮਪਲ ਲਈ ਸੀ ਕਿ ਬੱਚਿਆਂ ਨੂੰ ਕਿਸ ਤਰੀਕੇ ਨਾਲ ਗਾਣਾ ਯਾਦ ਰਹਿ ਜਾਂਦਾ ਹੈ, ਪਰ ਆਪਣੀ ਪਿਛਲੀ ਕਲਾਸ ਦੇ ਕਿਸੇ ਵੀ ਸਬਜੈਕਟ ਦਾ ਕਨਸੈਪਟ ਦੀ ਤੁਸੀਂ ਗੱਲ ਕਰ ਲਓ ਉਹ ਜਿਹੜਾ ਨਹੀਂ ਯਾਦ ਹੁੰਦਾ। ਅੰਧ ਭਗਤੀ ਸਿਖਲਾਈ ਵਾਲੀ ਗੱਲ ਜਿਹੜੀ ਉਹ ਮੇਰੇ ਸਮਝ ਦੇ ਵਿੱਚ ਨਹੀਂ ਆਈ। ਮੈਨੂੰ ਥੋੜਾ ਜਿਹਾ ਪਲੀਜ਼ ਇਹਨੂੰ ਕੁਐਸਚਨ ਨੂੰ ਜਿਹੜਾ ਉਹ ਥੋੜਾ ਜਿਹਾ ਖੋਲ ਕੇ ਪੁੱਛਿਆ ਜਾਵੇ ਤਾਂ ਫਿਰ ਸ਼ਾਇਦ ਮੈਂ ਇਹਨੂੰ ਦੱਸ ਸਕਦੀ ਹਾਂ। ਅੰਧ ਭਗਤੀ ਸਿਖਲਾਈ ਵਾਲੀ ਗੱਲ ਮੈਨੂੰ ਸਮਝ ਨਹੀਂ ਆਈ। ਆਤਮਜੀਤ ਜੀ, ਜਿਹੜੀ ਤੁਸੀਂ ਹੁਣ ਇੱਥੇ ਐਗਜ਼ਾਮਪਲ ਮਤਲਬ ਕਿ ਸਾਡੇ ਸਾਹਮਣੇ ਦਿਖਾਈ ਆ ਹੈ ਨਾ ਕਿ ਬੱਚੇ ਨੂੰ ਪੜ੍ਹਾਇਆ ਅੱਖਾਂ ਬੰਦ ਕਰਕੇ ਨਾ, ਕੀ ਇਸ ਬੱਚੇ ਨੇ ਪਹਿਲੋਂ ਇਹ ਕਿਤਾਬ ਪੜ੍ਹੀ ਹੋਈ ਆ? ਮੈਮ ਇਹ ਵੀ ਮੈਂ ਤੁਹਾਡੀ ਜਿਹੜੀ ਉਹ ਕਲੈਰਿਟੀ ਕਰ ਦੇਣੀ ਆ ਕਿ ਤੁਸੀਂ ਕੋਈ ਵੀ ਕਿਤਾਬ ਦੇ ਦਿਓ ਜਿਹੜੀ ਬੱਚੇ ਨੇ ਨਹੀਂ ਪੜ੍ਹੀ ਹੋਈ, ਉਹ ਵੀ ਬੱਚਾ ਤੁਹਾਨੂੰ ਜਿਹੜਾ ਉਹ ਪੜ੍ਹ ਕੇ ਦਿਖਾਏਗਾ। ਓਕੇ, ਮਤਲਬ ਕਿ ਇਹ ਕਿਤਾਬ ਪਹਿਲਾਂ ਬੱਚੇ ਨੇ ਨਹੀਂ ਪੜ੍ਹੀ ਹੋਈ ਤੇ ਕੋਈ ਵੀ ਕਿਤਾਬ ਮਤਲਬ ਕਿ ਜਿਹੜੀ ਬੱਚੇ ਨੇ ਪਹਿਲੇ ਦੇਖੀ ਵੀ ਨਹੀਂ ਹੋਈ ਉਹ ਵੀ ਕਿਤਾਬ ਜੇ ਅਸੀਂ ਬੱਚੇ ਦੇ ਰਹੇ ਹੋਗੇ ਉਹ ਬੱਚਾ ਪੜ੍ਹ ਸਕਦਾ ਹੈ। ਔਰ ਮੈਂ ਇੱਥੇ ਇੱਕ ਜਿਹੜੀ ਗੱਲ ਦੱਸਣਾ ਭੁੱਲ ਗਈ ਸੀ ਉਹ ਬਹੁਤ ਇੰਪੋਰਟੈਂਟ ਹੈ ਕਿ ਇਸ ਟਾਈਮ ਮੈਂ ਜਾਂ ਸਾਨੀਆ ਮੈਮ ਜਿਹੜੀ ਇਹ ਟ੍ਰੇਨਿੰਗ ਦੇ ਰਹੇ ਆ ਉਹ ਲੈਵਲ 1 ਤੇ ਲੈਵਲ 2 ਦੀ ਦੇ ਰਹੇ ਆ। ਆਉਣ ਵਾਲੇ ਮਤਲਬ ਜਿਹੜੇ ਲੈਵਲ ਨੇ ਯਾਨੀ ਕਿ ਲੈਵਲ 7 ਜਾਂ ਲੈਵਲ 8 ਦੀ ਗੱਲ ਕਰਾਂ, ਕਿਉਂਕਿ ਲੈਵਲ 8 ਤੱਕ ਜਿਹੜੀ ਇਹ ਟ੍ਰੇਨਿੰਗ ਡਿਵੈਲਪ ਹੋ ਚੁੱਕੀ, ਲੈਵਲ 9 ਤੇ ਲੈਵਲ 10 ਦੇ ਉੱਤੇ ਰਿਸਰਚ ਚੱਲ ਰਹੀ। ਲੈਵਲ 8 ਦੇ ਵਿੱਚ ਆ ਕੇ ਕੀ ਹੋਏਗਾ ਕਿ ਬੱਚਿਆਂ ਨੂੰ ਤੁਸੀਂ ਕੋਈ ਵੀ ਕਿਤਾਬ ਦੇ ਦਿਓ, ਬੱਚਾ ਆਪਣੇ ਕੰਨ ਦੇ ਕੋਲ ਰੱਖੇਗਾ, ਇੱਥੇ ਕੋਲ ਰੱਖੇਗਾ ਔਰ ਬੱਚਾ 10-15 ਮਿੰਟ ਦੇ ਬਾਅਦ ਉਸ ਬੁੱਕ ਨੂੰ ਖੋਲੇ ਬਗੈਰ ਦੱਸ ਦੇਗਾ ਅੰਦਰ ਇੰਡੈਕਸ ਦੇ ਵਿੱਚ ਕੀ, ਇਹਦੇ ਵਿੱਚ ਇਸ ਬੁੱਕ ਦੇ ਵਿੱਚ ਟੌਪਿਕ ਕੀ ਨੇ, ਕਨਸੈਪਟ ਕੀ ਨੇ। ਕਿੰਨੇ ਦੇਰ ਦੀ ਸਿਖਲਾਈ ਤੋਂ ਬਾਅਦ ਬੱਚਾ ਇਸ ਤਰ੍ਹਾਂ ਕਰ ਸਕੇਗਾ? ਕਿੰਨੇ ਦੇਰ ਦੀ ਸਿਖਲਾਈ ਉਹਨੂੰ ਲੈਣੀ ਪਏਗੀ? ਦੇਖੋ ਇਹ ਜਿਹੜੀ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਜਿੰਦੇ ਵਿੱਚ ਆਪਾਂ ਜਿਹੜੇ ਤੁਹਾਨੂੰ ਲਾਈਵ ਡੈਮੋਸ ਦੇ ਰਹੇ ਹਾਂ ਇਹ ਸਿਰਫ ਲੈਵਲ 1 ਤੇ ਲੈਵਲ 2 ਦੀ ਹੈ। ਜਿਹੜੀ ਤੁਹਾਨੂੰ ਮੈਂ ਇਸ ਤੋਂ ਪਹਿਲਾਂ ਜਿਹੜੀ ਗੱਲ ਦੱਸੀ ਹੈ ਉਹ ਲੈਵਲ 7 ਲੈਵਲ 8 ਦੇ ਵਿੱਚ ਜਾ ਕੇ ਹੋਏਗੀ। ਜੇ ਲੈਵਲ 1 ਤੇ ਲੈਵਲ 2 ਦੀ ਜਿਹੜੀ ਟ੍ਰੇਨਿੰਗ ਹੈ ਉਹ ਸਿਰਫ 16 ਦਿਨ ਦੀ ਹੈ। ਲੈਵਲ 1 ਤੇ ਲੈਵਲ 2 ਕਵਰ ਹੋ ਜਾਂਦੇ। ਲੈਵਲ 1 7 ਦਿਨ ਦਾ ਹੈ, ਲੈਵਲ 2 7 ਦਿਨ ਦਾ ਹੈ। ਦੋਨਾਂ ਟ੍ਰੇਨਿੰਗਸ ਨੂੰ ਮਿਲਾ ਕੇ 14 ਦਿਨ ਹੋਏ। 2 ਦਿਨ ਅਸੀਂ ਡੈਮੋ ਦੇ ਰੱਖਦੇ ਹਾਂ ਕਿਉਂਕਿ ਪਹਿਲੇ 2 ਦਿਨ ਡੈਮੋ ਦੇ ਵਿੱਚ ਜਿਹੜੇ ਉਹ ਰਿਜ਼ਲਟ ਕੀ ਦਿਖਦੇ ਨੇ
ਔਰ ਮੈਂ ਆਪਣੇ ਵਿਊਅਰਸ ਨੂੰ ਇੱਕ ਖਾਸ ਤੌਰ ਤੇ ਗੱਲ ਦੱਸਣਾ ਚਾਹੁੰਦੀ ਹਾਂ ਕਿ ਠੀਕ ਹੈ, ਸੰਗੀਤ ਅਲੱਗ ਵਿਸ਼ਾ ਹੈ, ਅੱਖਾਂ ਤੇ ਪੱਟੀ ਬੰਨ ਕੇ ਬੱਚਾ ਕਿਵੇਂ ਪੜ੍ਹ ਸਕਦਾ ਹੈ, ਇਹ ਦੋਨੋਂ ਅਲੱਗ-ਅਲੱਗ ਗੱਲਾਂ ਨੇ। ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ, ਪਰ ਮੈਂ ਇਹ ਗੱਲ ਪਹਿਲਾਂ ਦੱਸੀ ਹੈ ਕਿ ਸਾਡੀ ਟ੍ਰੇਨਿੰਗ ਦਾ ਮਕਸਦ ਹੈ ਬੱਚੇ ਦੀ ਕਨਸੈਂਟਰੇਸ਼ਨ ਨੂੰ ਇਨਕਰੀਜ਼ ਕਰਨਾ। ਦੂਜੀ ਗੱਲ ਮੈਂ ਕਹੀ ਸੀ, ਇਹ ਐਡੀਸ਼ਨਲ ਬੈਨੀਫਿਟ ਹੈ ਜਿਹੜਾ ਬੱਚਾ ਅੱਖਾਂ ਤੇ ਪੱਟੀ ਬੰਨ ਕੇ ਪੜ੍ਹ ਪਾ ਰਿਹਾ, ਇਹ ਐਡੀਸ਼ਨਲ ਬੈਨੀਫਿਟ। ਅਸੀਂ ਇਹਨੂੰ ਜਿਹੜਾ ਹੈ ਉਹ ਆਪਣੇ ਮੇਨ ਮਕਸਦ ਦੇ ਵਿੱਚ ਜਿਹੜਾ ਉਹ ਨਹੀਂ ਕਹਿੰਦੇ, ਪਰ ਇਹ ਸਾਨੂੰ ਐਡੀਸ਼ਨਲ ਬੈਨੀਫਿਟ ਆ ਰਿਹਾ ਹੈ। ਔਰ ਮੈਂ ਐਡੀਸ਼ਨਲ ਬੈਨੀਫਿਟ ਦਾ ਲਾਈਵ ਡੈਮੋ ਇਸ ਕਰਕੇ ਦਿਖਾ ਰਹੀ ਹਾਂ। ਇਹ ਉਹ 2 ਬੱਚੇ ਨੇ ਜਿਨ੍ਹਾਂ ਨੇ 16 ਦਿਨ ਦੀ ਟ੍ਰੇਨਿੰਗ ਕੰਪਲੀਟ ਕਰ ਚੁੱਕੇ ਨੇ। ਥੋੜੀ ਦੇਰ ਦੇ ਵਿੱਚ ਜਿਹੜਾ ਹੈ ਉਹ ਮੇਰੇ ਇੱਕ ਸਟੂਡੈਂਟ ਹੋਰ ਜੁੜੇਗਾ ਜਿੰਦੀ ਟ੍ਰੇਨਿੰਗ ਹਲੇ ਚੱਲ ਰਹੀ ਹੈ, ਔਰ ਸਿਰਫ ਹਲੇ 5 ਦਿਨ ਦੀ ਟ੍ਰੇਨਿੰਗ ਹੋਈ ਹੈ, ਸਿਰਫ 5 ਦਿਨ ਦੀ ਟ੍ਰੇਨਿੰਗ ਹੋਈ ਹੈ। ਆਤਮਜੀਤ ਜੀ, ਜੇ ਮਤਲਬ ਕਿ ਤੁਸੀਂ ਜਿਹੜੇ ਬੱਚਿਆਂ ਨੂੰ ਟ੍ਰੇਨ ਕਰ ਰਹੇ ਹੋ ਤੇ ਉਹ ਮਤਲਬ ਕਿ ਇੰਨਾ ਕੁ ਜ਼ਿਆਦਾ ਉਹਨਾਂ ਦੀ ਕਨਸੈਂਟਰੇਸ਼ਨ ਵੱਧ ਗਈ ਹੋਈ ਆ ਕਿ ਉਹ ਅੱਖਾਂ ਤੇ ਪੱਟੀ ਬੰਦ ਕੇ ਤੇ ਪੜ੍ਹ ਸਕਦੇ ਆ, ਤੇ ਬਿਨਾਂ ਪੱਟੀ ਬੰਨਿਆ ਤੇ ਉਹ ਮਤਲਬ ਕਿ ਕਿਤਾਬਾਂ ਦੀਆਂ ਕਿਤਾਬਾਂ ਯਾਦ ਕਰ ਸਕਦੇ ਹੋਣਗੇ? ਦੇਖੋ, ਇਹ ਜਿਹੜਾ ਟ੍ਰੇਨਿੰਗ ਦਾ ਪਾਰਟ ਹੈ, ਜਿਵੇਂ ਇੱਕ ਸਬਜੈਕਟ, ਜਿਵੇਂ ਮੰਨ ਲਓ ਮੈਂ ਆਪਣੀ ਗੱਲ ਕਰਾਂ, ਮੈਨੂੰ ਸਾਇੰਸ ਬਹੁਤ ਡਿਫਿਕਲਟ ਲੱਗਦੀ ਸੀ ਕਿਉਂਕਿ ਕੈਮੀਕਲ ਰਿਐਕਸ਼ਨਸ ਮੇਰੀ ਸਮਝ ਤੋਂ ਬਾਹਰ ਸਨ, ਜਾਂ ਫਿਜ਼ਿਕਸ ਦੇ ਜਿਹੜੇ ਕਨਸੈਪਟ ਸਨ ਮੇਰੀ ਸਮਝ ਤੋਂ ਬਾਹਰ। ਮੈਨੂੰ ਉਹਨਾਂ ਨੂੰ ਰੱਟਾ ਲਗਾਉਣਾ ਪੈਂਦਾ ਸੀ। ਰੱਟਾ ਲਗਾਉਣ ਲੱਗਿਆ ਮੈਨੂੰ ਘੱਟੋ ਘੱਟ ਇੱਕ ਪੇਜ ਨੂੰ ਲਰਨ ਕਰਨ ਲੱਗਿਆ ਨੀਅਰ ਅਬਾਊਟ 45 ਮਿੰਟਸ ਲੱਗਦੇ ਸਨ। ਹਾਂ, ਹੁਣ ਇਹ ਹੈ ਕਿ ਉਹ 45 ਮਿੰਟਸ ਨਹੀਂ ਲੱਗਣਗੇ, ਹੁਣ ਉਹ 30 ਤੇ ਆ ਜਾਏਗੀ, ਹੌਲੀ ਹੌਲੀ ਗੱਲ ਉਹ 25 ਤੇ ਆ ਜਾਏਗੀ, ਹੌਲੀ ਹੌਲੀ ਉਹ ਗੱਲ 20 ਮਿੰਟਸ ਤੇ ਆ ਜਾਏਗੀ, ਪਲੱਸ ਅੰਡਰਸਟੈਂਡਿੰਗ ਹੋਣੀ ਸ਼ੁਰੂ ਹੋ ਜਾਏਗੀ। ਹੁਣ ਕਨਸੈਪਟ ਦੀ ਅੰਡਰਸਟੈਂਡਿੰਗ ਹੋਏਗੀ, ਜਦੋਂ ਅੰਡਰਸਟੈਂਡਿੰਗ ਹੋਏਗੀ ਉਹਦੇ ਚੋਂ ਕ੍ਰੀਏਟਿਵਿਟੀ ਜ਼ਰੂਰ ਨਿਕਲ ਕੇ ਆਏਗੀ। ਜਦੋਂ ਕ੍ਰੀਏਟਿਵਿਟੀ ਨਿਕਲ ਕੇ ਆਏਗੀ, ਬੱਚਾ ਖੁਦ ਆਪਣੇ ਆਪ ਚੀਜ਼ਾਂ ਨੂੰ ਕ੍ਰੀਏਟ ਕਰੇਗਾ, ਉਹਨੂੰ ਸਮਝੇਗਾ ਔਰ ਉਹਨੂੰ ਜ਼ਿਆਦਾ ਮਜ਼ਾ ਆਏਗਾ। ਔਰ ਜਦੋਂ ਉਹਨੂੰ ਇੰਟਰਸਟ ਬਣੇਗਾ ਉਸ ਸਬਜੈਕਟ ਦੇ ਵਿੱਚ, ਡੈਫੀਨੇਟਲੀ ਉਹਦੇ ਜਿਹੜੇ ਗ੍ਰੇਡਸ ਨੇ ਉਹ ਇੰਪਰੂਵ ਕਰਨਗੇ। ਇਹ ਪਰਮਾਤਮਾ ਨੇ ਹੀ ਜਿਹੜੀ ਦਿਮਾਗ ਦੀ ਬਖਸ਼ਿਸ਼ ਇਸ ਤਰੀਕੇ ਦੀ ਕੀਤੀ ਹੈ ਕਿ ਦਿਮਾਗ ਨੂੰ ਇਸਤੇਮਾਲ ਕਰਨਾ ਉਹ ਜਿਹੜਾ ਉਹ ਸਾਡੇ ਹੱਥ ਦੇ ਵਿੱਚ ਹੈ। ਇਜ਼ ਇਟ ਅਵੇਲੇਬਲ? ਜੀ, ਮੈਂ ਸੁਖਬੀਰ ਸਰ ਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਆਨਲਾਈਨ ਤੇ ਆਫਲਾਈਨ ਇਹ ਦੋਨੋਂ ਟ੍ਰੇਨਿੰਗ ਜਿਹੜੀਆਂ ਅਵੇਲੇਬਲ ਨੇ, ਜਿਹੜਾ ਤੁਸੀਂ ਮਤਲਬ ਕੰਟੈਕਟ ਕਰ ਸਕਦੇ ਹੋ ਸਾਨੂੰ। ਅਸੀਂ ਆਨਲਾਈਨ ਆਫਲਾਈਨ ਦੋਨੋਂ ਤਰੀਕੇ ਨਾਲ ਟ੍ਰੇਨਿੰਗ ਦੇ ਰਹੇ ਹਾਂ। ਹਾਂਜੀ ਚਰਨਜੀਤ ਮੈਮ, ਬੱਚੇ ਹੁਸ਼ਿਆਰ ਹੋ ਜਾਣਗੇ ਤੇ ਪੇਰੈਂਟਸ ਦਾ ਸੁਪਨਾ ਕੀ ਹੈ? ਬੱਚੇ ਹੁਸ਼ਿਆਰ ਹੋਣ, ਬੱਚਿਆਂ ਦਾ ਅੰਡਰਸਟੈਂਡਿੰਗ ਲੈਵਲ ਹੋਏ। ਬੱਚੇ, ਪੇਰੈਂਟਸ ਕੀ ਚਾਹੁੰਦੇ ਨੇ? ਬਹੁਤੇ ਪੇਰੈਂਟਸ ਨੂੰ ਸਿਰਫ ਮਾਰਕਸ ਚਾਹੀਦੇ ਨੇ, ਬਟ ਕੁਝ ਪੇਰੈਂਟਸ ਇਹੋ ਜਿਹੇ ਨੇ ਜਿਹੜੇ ਇਸ ਗੱਲ ਦੀ ਲੋੜ ਮਹਿਸੂਸ ਕਰਦੇ ਕਿ ਉਹਨਾਂ ਦੇ ਬੱਚਿਆਂ ਨੂੰ ਅੰਡਰਸਟੈਂਡਿੰਗ ਹੋਵੇ, ਉਹ ਜ਼ਿਆਦਾ ਜ਼ਰੂਰੀ। ਅੰਡਰਸਟੈਂਡਿੰਗ ਹੋਏਗੀ, ਗ੍ਰੇਡਸ ਆਪਣੇ ਆਪ ਜਿਹੜੇ ਉਹ ਇੰਪਰੂਵ ਹੋ ਜਾਣਗੇ। ਬਟ ਜੇ ਬੱਚੇ ਨੂੰ ਅੰਡਰਸਟੈਂਡਿੰਗ ਨਹੀਂ ਹੈ, ਕ੍ਰੀਏਟਿਵ ਨਹੀਂ ਹੈ ਬੱਚਾ, ਫਿਰ ਤਾਂ ਗ੍ਰੇਡਸ ਜਿਹੜੇ ਉਹ ਆ ਰਹੇ, ਦੇਖੋ ਜੀ ਨਕਲ ਮਾਰ ਕੇ ਵੀ ਗ੍ਰੇਡਸ ਆ ਹੀ ਜਾਂਦੇ। ਬਟ ਬੇਸਿਕ ਗੱਲ ਕੀ ਹੈ, ਸਾਡਾ ਧਿਆਨ ਜਿਹੜਾ ਪੇਰੈਂਟਸ ਦਾ ਉਹ ਕਿੱਧਰ ਹੋਣਾ ਚਾਹੀਦਾ? ਬੱਚਿਆਂ ਦੀ ਅੰਡਰਸਟੈਂਡਿੰਗ ਵੱਲ ਹੋਣਾ ਚਾਹੀਦਾ, ਬੱਚੇ ਨੂੰ ਕਨਸੈਪਟ ਜਿਹੜਾ ਉਹ ਸਮਝੇ, ਤਾਂ ਕਿ ਬੱਚਾ ਆਪਣੀ ਲਾਈਫ ਦੇ ਵਿੱਚ ਜਿਹੜਾ ਉਹ ਕੁਝ ਵਧੀਆ ਕਰ ਸਕੇ, ਖੁਦ ਕ੍ਰੀਏਟ ਕਰ ਸਕੇ। ਕਿਉਂਕਿ ਸਰਕਾਰ ਦੇ ਕੋਲ ਨੌਕਰੀਆਂ ਨਹੀਂ ਹੈ। ਅਸੀਂ ਕਿੰਨਾ ਚਿਰ ਜਿਹੜਾ ਉਹ ਸਰਕਾਰ ਨੂੰ ਮਤਲਬ ਜਿਹੜਾ ਉਹ ਦੋਸ਼ ਦਿੰਦੇ ਰਵਾਂਗੇ, ਅਸੀਂ ਇੰਨਾ ਪੜ੍ਹ ਲਿਖੇ। ਮੈਂ ਆਪਣੀ ਗੱਲ ਕਰ ਲੈਂਦੀ ਹਾਂ, ਮੈਂ ਟ੍ਰਿਪਲ ਮਾਸਟਰ ਡਿਗਰੀ, ਐਮਐਸਸੀ ਮੈਥਸ, ਐਮਐਸਸੀ ਕੰਪਿਊਟਰ ਸਾਇੰਸ, ਐਮਐਡ, ਮੈਨੂੰ ਹਲੇ ਤੱਕ ਨੌਕਰੀ ਨਹੀਂ ਮਿਲ ਪਾ ਰਹੀ ਸਰਕਾਰੀ। ਪ੍ਰਾਈਵੇਟ ਨੌਕਰੀ ਕਰ ਰਹੀ ਸੀ, ਕਰੋਨਾ ਦੀ ਵਜ੍ਹਾ ਨਾਲ ਛੁੱਟ ਗਈ। ਹੁਣ ਮੈਂ ਕਿਹਨੂੰ ਦੋਸ਼ ਦੇਵਾਂ? ਪਰ ਨਹੀਂ, ਹੁਣ ਮੈਨੂੰ ਇਹ ਲੋੜ ਮਹਿਸੂਸ ਹੋ ਰਹੀ ਹੈ ਕਿ ਜੋ ਕੁਝ ਮੈਂ ਆਪਣੀ ਲਾਈਫ ਦੇ ਵਿੱਚ ਕਰ ਚੁੱਕੀ ਹਾਂ, ਜੋ ਕੁਝ ਮੈਂ ਪੜ੍ਹ ਚੁੱਕੀ ਹਾਂ, ਜਿੰਨਾ ਚੀਜ਼ਾਂ ਦੀ ਅੰਡਰਸਟੈਂਡਿੰਗ ਹੈ, ਉਹਨੂੰ ਹੋਰ ਇੰਪਰੂਵ ਕਰਕੇ ਜਿਹੜਾ ਮੈਂ ਆਪਣੀ ਲਾਈਫ ਨੂੰ ਹੋਰ ਸਕਸੈਸ ਕਰਾਂ, ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਹੋਵਾਂ। ਇਹੀ ਤਾਂ ਸਾਰਾ ਕੁਝ ਅਸੀਂ ਚਾਹੁੰਦੇ ਹਾਂ, ਔਰ ਆਪਣੇ ਬੱਚਿਆਂ ਲਈ ਵੀ ਅਸੀਂ ਇਹੀ ਚਾਹੁੰਦੇ ਹਾਂ। ਆਉਣ ਵਾਲਾ ਜਿਹੜਾ ਕੰਪੀਟੀਸ਼ਨ ਦਾ ਜ਼ਮਾਨਾ ਹੈ, ਸਾਡੇ ਬੱਚੇ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਬਾਕੀ ਬੱਚਿਆਂ ਨਾਲ ਕੰਪੈਰੀਜ਼ਨ ਕਰ ਸਕਦੇ, ਕਿੱਦਾਂ ਉਹਨਾਂ ਦੀ ਬਰਾਬਰੀ ਤੇ ਖਲੋ ਸਕਦੇ। ਸੋ ਇਸ ਟ੍ਰੇਨਿੰਗ, ਇਹ ਜਿਹੜੀ ਐਪ ਆ, ਇਹਨੂੰ ਤੁਸੀਂ ਡਿਵੈਲਪ ਕਰ ਰਹੇ ਹੋ ਜਾਂ ਕੋਈ ਹੋਰ ਇਸ ਨੂੰ ਡਿਵੈਲਪ ਕਰ ਰਿਹਾ? ਨਹੀਂ, ਮੈਂ ਨਹੀਂ ਇਹ ਐਪ ਡਿਵੈਲਪ ਕੀਤੀ। ਇਹ ਸਾਡੇ ਬੰਬੇ ਤੋਂ ਸਾਡੇ CEO ਹਨ ਅਸ਼ਫਾਕ ਸਈਦ ਜੀ, ਇਹ ਐਪ ਉਹਨਾਂ ਨੇ ਡਿਵੈਲਪ ਕੀਤੀ ਹੈ। ਔਰ ਇਹ ਬਹੁਤ ਹੀ ਸਿਕਿਉਰ ਹੈ। ਇਹ ਨਹੀਂ ਹੈ ਕਿ ਕਿਸੇ ਤਰੀਕੇ ਦਾ ਕੋਈ ਨੁਕਸਾਨ ਹੋਏਗਾ। ਸਭ ਕੁਝ ਜਿਹੜਾ ਉਹ ਬਹੁਤ ਹੀ ਸੇਫਟੀ ਦੇ ਨਾਲ ਜਿਹੜਾ ਇਹਦੇ ਵਿੱਚ ਹੁੰਦਾ ਹੈਗਾ। ਔਰ ਅਸੀਂ ਸਿਰਫ ਟ੍ਰੇਨਰ ਹਾਂ, ਮੈਂ ਹੈਡ ਟ੍ਰੇਨਰ ਹਾਂ,
ਪੰਜਾਬ ਐਂਡ ਹਰਿਆਣਾ ਤੋਂ ਮੈਡਮ ਸਾਨੀਆ ਜੀ ਜਮਸ਼ੇਦਪੁਰ ਤੋਂ ਟ੍ਰੇਨਰ ਹਨ। ਇਸੇ ਤਰੀਕੇ ਨਾਲ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਟ੍ਰੇਨਰ ਹਨ ਜਿਹੜੇ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ। ਰਾਈਟ, ਤੇ ਤੁਸੀਂ ਆਫਲਾਈਨ ਐਂਡ ਆਨਲਾਈਨ ਦੋਨੋਂ ਹੀ ਟ੍ਰੇਨਿੰਗਸ ਦੇ ਰਹੇ ਹੋ ਇਸ ਟਾਈਮ ਤੇ? ਜੀ ਬਿਲਕੁਲ। ਤੇ ਸੇਮ ਟਾਈਮ ਲੱਗਦਾ ਹੈ ਬੇਸ਼ੱਕ ਤੁਸੀਂ ਆਫਲਾਈਨ ਕਰੋ ਜਾਂ ਆਨਲਾਈਨ ਕਰੋ, ਸੇਮ ਜੀ ਟਾਈਮ ਹੀ ਬਿਲਕੁਲ ਤੇ ਦਿਨ ਵਿੱਚ ਕਿੰਨੇ ਘੰਟੇ ਟ੍ਰੇਨਿੰਗ ਕਰਨੀ ਪੈਂਦੀ ਹੈ? ਜੇ ਅਸੀਂ ਮੈਕਸਿਮਮ ਵੀ ਲਗਾ ਕੇ ਚੱਲੀਏ ਤੇ 16 ਦਿਨ ਦੇ ਹਿਸਾਬ ਦੇ ਨਾਲ 32 ਘੰਟੇ ਹੋ ਜਾਂਦੇ ਨੇ। ਮਿਨੀਮਮ ਵੀ ਲਗਾ ਕੇ ਚੱਲੀਏ 30 ਤੋਂ 32 ਘੰਟਿਆਂ ਦਾ ਜਿਹੜਾ ਕੰਮ ਹੈ, ਕਿਉਂਕਿ 1 ਘੰਟਾ 15 ਮਿੰਟ ਐਪਲੀਕੇਸ਼ਨ ਨੇ ਲੈਣੇ ਔਰ ਉਸ ਤੋਂ ਬਾਅਦ 15 ਮਿੰਟ ਘੱਟੋ ਘੱਟ ਤੇ ਅੱਧਾ ਘੰਟਾ ਵੱਧ ਤੋਂ ਵੱਧ ਜਿਹੜਾ ਉਹ ਐਜ਼ ਅ ਟ੍ਰੇਨਰ ਅਸੀਂ ਲੈਣਾ ਹੁੰਦਾ ਹੈ। ਜੇ ਬੱਚਾ ਆਫਲਾਈਨ ਦੇ ਵਿੱਚ ਹੈ, ਜਿਵੇਂ ਮੰਨ ਲਓ ਬੱਚਾ ਮੇਰੇ ਘਰ ਬੈਠਾ ਮੇਰੇ ਸਾਹਮਣੇ ਹੈ, ਉਹਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਮੇਰੀ ਬਣ ਜਾਂਦੀ ਹੈ, ਕਿਉਂਕਿ ਉਹਨੂੰ ਐਪਲੀਕੇਸ਼ਨ ਤੋਂ ਬਾਅਦ ਜਿਹੜਾ ਅਸੀਂ ਉਹਨੂੰ ਟਾਈਮ ਦੇਣਾ ਹੈ ਬੱਚੇ ਨੂੰ, ਉਹ ਜਿਹੜਾ ਉਹ ਮੈਂ ਆਪ ਦੇ ਰਹੀ ਹਾਂ। ਉਹਦੀ ਅੱਖਾਂ ਤੇ ਪੱਟੀ ਬੰਨ ਕੇ ਉਹਨੂੰ ਜਿਹੜਾ ਉਹ ਸੇਫਲੀ ਉਸ ਬੱਚੇ ਨੂੰ ਜਿਹੜਾ ਉਹ ਦੱਸ ਰਹੀ ਹਾਂ ਕਿ ਏਦਾਂ ਕਰਨਾ ਹੈ। ਹਾਂਜੀ ਇਹ ਦੱਸੋ, ਹੁਣ ਉਹਦੇ ਹੱਥ ਦੇ ਵਿੱਚ ਕਾਰਡ ਫੜਾਉਣਾ ਹੈ ਜਾਂ ਕਲਰ ਰੈਕੋਗਨਾਈਜ਼ ਕਰਵਾਉਣਾ ਹੈ। ਪਰ ਜਦੋਂ ਆਨਲਾਈਨ ਦੀ ਕੇਸ ਦੇ ਵਿੱਚ ਸਾਨੂੰ ਜਿਹੜੀ ਇੱਕ ਪੇਰੈਂਟਸ ਦੀ ਜਿਹੜੀ ਉਹ ਜ਼ਰੂਰਤ ਪੈਂਦੀ ਹੈ, ਕਿਉਂਕਿ ਬੱਚੇ ਦੇ ਕੋਲ ਉਸ ਵੇਲੇ ਉਹ ਹਨ ਜਿਹੜੇ ਅੱਖਾਂ ਤੇ ਪੱਟੀ ਬੰਨ ਕੇ ਜਿਹੜਾ ਉਸ ਬੱਚੇ ਨੂੰ ਜਿਹੜੀ ਉਹ ਕੋਈ ਨਾ ਕੋਈ ਬੁੱਕ ਜਾਂ ਕੁਝ ਜਿਹੜੀ ਉਹ ਫੜਾ ਰਹੇ ਹੁੰਦੇ ਆ। ਜੀ, ਆਤਮਜੀਤ ਜੀ ਇੱਥੇ ਇੱਕ ਸਵਾਲ ਆਏ ਨੇ ਦੋ ਕੁ, ਉਹ ਕਹਿੰਦੇ ਕਿ ਇਸ ਪੜ੍ਹਾਈ ਦੀ ਕਾਢ ਕਦੋਂ ਹੋਈ ਤੇ ਨਾਲੇ ਹੀ ਕਿਸ ਨੇ ਕਾਢ ਕੱਢੀ ਇਸ ਪੜ੍ਹਾਈ ਦੀ? ਇਸ ਪੜ੍ਹਾਈ ਦੀ ਕਾਢ ਦੇਖੋ ਮੈਮ, ਮੈਂ ਫਿਰ ਉਹੀ ਗੱਲ ਕਵਾਂਗੀ ਕਿ ਇੱਕ ਸੈਕਿੰਡ, ਇਸ ਪੜ੍ਹਾਈ ਦੀ ਕਾਢ ਦੇਖੋ ਜੀ, ਜੋ ਸਾਡਾ ਦਿਮਾਗ ਡਿਵੈਲਪ ਹੋਇਆ ਹੈ ਤੇ ਡੈਫੀਨੇਟਲੀ ਦਿਮਾਗ ਦੇ ਨਾਲ ਲੈ ਕੇ ਬਹੁਤ ਸਾਰੀਆਂ ਰਿਸਰਚਸ ਆਲਰੇਡੀ ਹੋ ਚੁੱਕੀਆਂ ਹੋਈਆਂ ਨੇ। ਉਹਨਾਂ ਦੇ ਰਿਸਰਚਸ ਦੇ ਬੇਸ ਤੇ ਜਿਹੜੀ ਇਸ ਚੀਜ਼ ਨੂੰ ਰੋਜ਼ਾਨਾ ਜਿਹੜੀ ਉਹ ਜ਼ਿੰਦਗੀ ਦੇ ਵਿੱਚ ਜੋ ਚੇਂਜਸ ਹੁੰਦੀਆਂ, ਦੇਖੋ ਬੱਚੇ ਦਾ ਦਿਮਾਗ ਹੈ ਡੇ ਬਾਈ ਡੇ ਵਿਕਸਿਤ ਹੁੰਦਾ ਹੈ। ਅਗਰ ਮੈਂ ਆਪਣੇ ਛੋਟੇ ਬੱਚੇ ਦੀ ਗੱਲ ਕਰਾਂ, 2.5 ਸਾਲ ਦੀ ਮੇਰੀ ਗੁੜੀਆ, ਜਦੋਂ ਉਹ ਸਿਰਫ ਮੈਂ ਉਹਨੂੰ ਹਰ ਰੋਜ਼ ਚੈੱਕ ਕਰਦੀ ਹਾਂ, ਹਰ ਮਹੀਨੇ ਉਹਦੇ ਵਿੱਚ ਕੋਈ ਨਾ ਕੋਈ ਨਵੀਂ ਚੇਂਜਸ ਆ ਰਹੀ। ਮੈਂ ਹੈਰਾਨ ਰਹਿ ਗਈ ਜਦੋਂ ਸਿਰਫ 1 ਸਾਲ ਦੀ ਸੀ। ਮੈਨੂੰ ਯਾਦ ਹੈ ਸਾਡੇ ਘਰ ਨਾ ਮੈਮ ਹਰ ਸ਼ਨੀਵਾਰ ਦੇ ਸ਼ਨੀਵਾਰ ਲੰਗਰ ਪੱਕਦਾ ਹੈ, ਦਰਬਾਰ ਸਾਹਿਬ ਜਾਂਦਾ ਹੈ, ਔਰ ਉਸ ਲੰਗਰ ਦੇ ਵਿੱਚ ਜਿਹੜਾ ਅਸੀਂ ਤਾਂ ਸਾਰੇ ਵੱਡੇ ਬੈਠਦੇ ਹੀ ਆ ਪ੍ਰਸ਼ਾਦੇ ਵੇਲਣ। ਸਾਡੇ ਪਰਿਵਾਰ ਦੇ ਵਿੱਚ ਜਿੰਨੀਆਂ ਛੋਟੀਆਂ ਬੱਚੀਆਂ ਨੇ, ਜਾਨੀ ਕਿ ਮਤਲਬ ਮੇਰੀ ਸਾਸੂ ਮਾਂ ਦੀਆਂ ਸਿਸਟਰਸ ਦੀਆਂ ਜਿਹੜੀਆਂ ਪੋਤੀਆਂ ਦੋਤੀਆਂ, ਉਹ ਸਾਰੀਆਂ ਆ ਕੇ ਬਹਿੰਦੀਆਂ। ਮੇਰੇ ਸਾਲ ਦੀ ਗੁੜੀਆ ਉਹਨਾਂ ਸਾਰੇ ਬੱਚਿਆਂ ਨੂੰ ਵੇਖ ਕੇ ਉਹਨੇ ਫੁਲਕਾ ਵੇਲਣਾ ਸ਼ੁਰੂ ਕਰ ਦਿੱਤਾ। ਤੁਸੀਂ ਹਿਸਾਬ ਲਗਾਓ ਕਿ ਬੱਚਾ ਕਿਸ ਤਰੀਕੇ ਨਾਲ ਦੂਸਰਿਆਂ ਨੂੰ ਕਾਪੀ ਕਰਕੇ ਜਿਹੜਾ ਉਹ ਸਿੱਖਦਾ। ਫਿਰ ਉਹ ਜਸਟ 1.25 ਸਾਲ ਦੀ ਹੋਈ, ਟੇਬਲ ਤੇ ਕੋਈ ਬਰਤਨ ਪਿਆ ਦੇਖਦੇ ਉਹਨੇ ਸਿੱਧਾ ਸਭ ਤੋਂ ਪਹਿਲਾਂ ਸਿੰਕ ਦੇ ਵਿੱਚ ਰੱਖ ਕੇ ਆਣਾ, ਫਿਰ ਉਹਨੇ ਜਿਹੜਾ ਹੈ ਉਹ ਬੈਠਣਾ ਹੈ, ਚਾਹੇ ਉਹ ਕੋਲੀ ਹੈ ਚਾਹੇ ਉਹ ਗਲਾਸ। ਮੈਂ ਦੇਖ ਰਹੀ ਹਾਂ ਕਿ ਬੱਚਾ ਕਿਸ ਤਰੀਕੇ ਨਾਲ ਸਿੱਖ ਰਿਹਾ। ਹੁਣ ਬੱਚੇ ਦਾ ਅਸੀਂ ਰੋਜ਼ ਸ਼ਾਮ ਨੂੰ ਘੁਮਾਉਣ ਲੈ ਕੇ ਜਾਂਦੇ ਹਾਂ, ਬਟ ਉਹਨੂੰ 1 ਮਿੰਟ ਦੇ ਵਿੱਚ ਪਤਾ ਲੱਗ ਜਾਂਦਾ ਕਿ ਮੰਮਾ ਨੇ ਜਿਹੜੇ ਉਹ ਕੱਪੜੇ ਚੇਂਜ ਕਰ ਲਏ ਨੇ, ਇਟ ਮੀਨਸ ਮੰਮਾ ਬਾਹਰ ਘੁੰਮਣ ਜਾ ਰਹੀ ਹੈ, ਜਾਂ ਮੰਮਾ ਨੇ ਜਿਹੜੇ ਉਹ ਦੁਪੱਟਾ ਚੁੱਕ ਲਿਆ, ਡੈਫੀਨੇਟਲੀ ਮੰਮਾ ਨੇ ਜਾਣਾ ਹੈ ਬਾਹਰ। ਉਹਨੇ ਨਾਲ ਹੀ ਕਹਿਣਾ ਸ਼ੁਰੂ ਕਰ ਦਿਆ, ਮੰਮਾ ਸੈਂਡ ਸੈਂਡ। ਵਿਚਾਰੀ ਕੋ ਪੂਰਾ ਪ੍ਰੋਪਰ ਬੋਲ ਵੀ ਨਹੀਂ ਪਾਉਂਦੀ, ਮਾਸਕ ਸੈਂਡ। ਕਿਸ ਤਰੀਕੇ ਨਾਲ ਜਿਹੜਾ ਉਹ ਬੱਚਾ ਸਿੱਖ ਰਿਹਾ। ਸੋ ਇਦਾਂ ਦੀਆਂ ਜਿਹੜੀਆਂ ਸਾਰੀਆਂ ਚੇਂਜਸ ਨੂੰ ਲੈ ਕੇ ਆਲਰੇਡੀ ਬਹੁਤ ਸਾਰੀਆਂ ਜਿਹੜੇ ਉਹ ਰਿਸਰਚ ਹੋ ਚੁੱਕੀਆਂ, ਉਹਨਾਂ ਦੇ ਬੇਸ ਤੇ ਹੀ ਜਿਹੜੀ ਇਹੋ ਜਿਹੀ ਟ੍ਰੇਨਿੰਗ ਨੂੰ ਡਿਵੈਲਪ ਕੀਤਾ ਗਿਆ ਹੈ। ਰਾਈਟ, ਹਾਂਜੀ, ਰਬਾਨੀ ਜੋਲੀ ਜੀ ਇਜ਼ ਹੇਅਰ, ਸੋ ਮੈਂ ਤੁਹਾਨੂੰ ਉਹਨਾਂ ਨੂੰ ਵੀ ਅਸੀਂ ਐਂਟਰ ਕਰਵਾ ਦਿੰਦੇ ਹਾਂ ਸਟੂਡੀਓ 'ਚ। ਰਬਾਨੀ ਮੇਰੀ ਹੀ ਸਟੂਡੈਂਟ ਹੈ, ਜਿਸ ਦੀ ਜਿਹੜੀ ਟ੍ਰੇਨਿੰਗ ਹਲੇ ਚੱਲ ਰਹੀ ਹੈ, ਔਰ ਸਿਰਫ 5 ਦਿਨ ਦੀ ਇਸ ਬੱਚੀ ਦੀ ਟ੍ਰੇਨਿੰਗ ਹੋਈ ਹੈ, ਜਿਹੜੀ ਤੁਹਾਡੇ ਸਾਹਮਣੇ ਆਪਣੇ ਮਤਲਬ ਇਹਨਾਂ ਦੇ ਅਗਰ ਮੈਂ ਦਾਦਾ ਜੀ ਦੀ ਗੱਲ ਕਰਾਂ, ਉਹ ਬਹੁਤ ਹੀ ਵੱਡੇ ਰਾਈਟਰ ਨੇ, ਗ੍ਰਾਫੋਲੋਜਿਸਟ ਨੇ, ਔਰ ਮਤਲਬ 37 ਕਿਤਾਬਾਂ ਉਹ ਲਿਖ ਚੁੱਕੇ ਨੇ, ਬਹੁਤ ਹੀ ਮਤਲਬ ਬੜੀ ਹੀ ਵਧੀਆ ਪਰਸਨੈਲਿਟੀ ਨੇ। ਔਰ ਇਸ ਬੱਚੀ ਨੇ 5 ਦਿਨਾਂ ਦੇ ਵਿੱਚ ਉਹ ਕਰਕੇ ਦਿਖਾਇਆ ਕਿ ਇਹਦੇ ਇਸ ਬੱਚੀ ਦੇ ਪਰਿਵਾਰ ਵਾਲੇ ਵੀ ਜਿਹੜੇ ਉਹ ਹੈਰਾਨ ਰਹਿ ਗਏ। ਆਪਣੇ ਦਾਦਾ ਜੀ ਦੀ, ਆਪਣੇ ਨਾਨਾ ਜੀ ਦੀ ਜੇਬ ਚੋਂ ਨਿਕਲੇ ਹੋਏ 100-200 ਦੇ ਨੋਟਾਂ ਦੇ ਜਿਹੜੇ ਸੀਰੀਅਲ ਨੰਬਰ ਹੈ, ਉਸ ਨੂੰ ਇਸ ਤਰੀਕੇ ਨਾਲ ਪੜ੍ਹ ਦਿੰਦੀ ਹੈ ਜਿਵੇਂ ਬੰਦਾ ਅੱਖਾਂ ਖੋਲ ਕੇ ਪੜ੍ਹ ਰਿਹਾ ਹੋਵੇ। ਸਿਰਫ 5 ਦਿਨ ਦੀ ਟ੍ਰੇਨਿੰਗ ਹੋਏਗੀ। ਇਸੇ ਤਰੀਕੇ ਨਾਲ ਸਾਨੀਆ ਮੈਮ ਨੇ ਆਪਣੇ ਬੱਚਿਆਂ ਨੂੰ ਟ੍ਰੇਨ ਕੀਤਾ, ਜਿਨ੍ਹਾਂ ਨੇ ਤੁਹਾਨੂੰ ਜਿਹੜਾ ਉਹ ਡੈਮੋ ਕਰਕੇ ਦਿਖਾਇਆ। ਈਵਨ ਉਹ ਡੈਮੋ ਦੇ ਵਿੱਚ ਜੇ ਤੁਸੀਂ ਮੰਨ ਲਓ ਕੋਈ ਐਡੀਸ਼ਨ ਜਾਂ ਸਬਟ੍ਰੈਕਸ਼ਨ ਦਾ ਸਮ ਵੀ ਦਿੰਦੇ ਹੋ,
ਤੇ ਤੁਹਾਨੂੰ ਪਤਾ ਹੈ ਕਿ 1 ਦੇ ਥੱਲੇ 1 ਦਾ ਡਿਜਿਟ ਆਣਾ ਚਾਹੀਦਾ, ਯੂਨਿਟ ਦੇ ਥੱਲੇ 10 ਦੇ ਥੱਲੇ 10 ਦਾ ਡਿਜਿਟ ਆਣਾ ਚਾਹੀਦਾ। ਬੱਚੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਅੱਖਾਂ ਤੇ ਪੱਟੀ ਬੰਨ ਕੇ ਹੀ 1 ਦੇ ਥੱਲੇ 1 ਦਾ ਹੀ ਡਿਜਿਟ ਦਾ ਆਨਸਰ ਹੀ ਲਿਖਣਗੇ, ਉਹ ਇੱਧਰ ਦਾ ਉੱਧਰ ਨਹੀਂ ਜਾਏਗਾ। ਜੇ ਤੁਸੀਂ ਬੱਚੇ ਨੂੰ ਕਿਸੇ ਡਰਾਇੰਗ ਪਕੜਾ ਦਿੰਦੇ ਹੋ ਕਲਰ ਕਰਨ ਲਈ, ਉਹ ਖੁਦ ਹੀ ਬੱਚਾ ਜਿਹੜਾ ਹੈ ਉਸਨੇ ਜਿਹੜਾ ਵੀ ਰੰਗ ਭਰਨਾ ਹੈ ਉਹ ਖੁਦ ਹੀ ਚੁੱਕੇਗਾ ਔਰ ਖੁਦ ਹੀ ਉਸੇ ਪਾਰਟ ਦੇ ਵਿੱਚ ਹੀ ਡਰਾਇੰਗ ਕਰੇਗਾ ਔਰ ਉਹ ਕਲਰ ਉਸ ਜਗ੍ਹਾ ਤੋਂ ਬਾਹਰ ਨਹੀਂ ਆਏਗਾ। ਤੇ ਤੁਸੀਂ ਸੋਚ ਸਕਦੇ ਹੋ ਕਿ ਬੱਚੇ ਦਾ ਜਿਹੜਾ ਉਹ ਬ੍ਰੇਨ ਹੈ ਉਹ ਕਿਸ ਹੱਦ ਤੱਕ ਜਿਹੜਾ ਉਹ ਡਿਵੈਲਪ ਹੋ ਗਿਆ। ਹਾਂਜੀ ਰਬਾਨੀ, ਤਿਆਰ ਹੋ ਤੁਸੀਂ? ਰਬਾਨੀ, ਤੁਹਾਡਾ ਸ਼ੋਅ ਵਿੱਚ ਸਵਾਗਤ ਹੈ। ਹਾਂਜੀ ਰਬਾਨੀ, ਤੁਸੀਂ ਕੀ ਕਰਕੇ ਦਿਖਾਓਗੇ? ਆਵਾਜ਼ ਨਹੀਂ ਆ ਰਹੀ ਰਬਾਨੀ। ਰਬਾਨੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਕਰੰਸੀ ਐਂਡ ਕਾਰਡਸ। ਕਰੰਸੀ ਐਂਡ ਕਾਰਡਸ। ਤੁਸੀਂ ਕਾਰਡਸ ਤੋਂ ਪਹਿਲਾਂ ਸਟਾਰਟ ਕਰੋ। कॉटन अपनी अखा ते लगा रही है ताकि जड़ा वो यकीन हो जाए। जी इस बच्चे नूं थल्ले कुछ भी नजर नहीं आ रहा। ये देखो अलग अलग कार्ड्स ने, ये कोई स्पेशल कार्ड्स नहीं है, जस्ट अ फ्लैश कार्ड्स जिन्हां दे उत्ते कुछ अल्फाबेट्स लिखे ने, कुछ कलर्स बने ने, कुछ उन्हां दी फिगर्स बनी है या फिर डिजिट लिखे ने। हाँ जी, हुण ये कार्ड बच्चे नूं दिता जा रहा है। रबानी, आवाज नहीं आ रही बेटे। ये वाइट कलर का कार्ड और इस पे रेड कलर से जेड और ज़ीब्रा दोनों लिखे। ओके, और इसके ऊपर बेटा कुछ बना है? रबानी, इसके ऊपर कुछ बना हुआ? बेटा आवाज आपकी ना नहीं आ रही, ब्रेक हो रही है आवाज आपकी। हाँ जी, एंड बैक साइड से बेटा की है? रबानी बेटा इस कार्ड के बैक साइड से की है बेटे? से जेड लिखा है। मैं दिखा दूं। Next card please. Next card please. ये ऑरेंज कलर का है और इसके ये ऑरेंज कलर का है और इसके ऊपर व्हाइट कलर से 8 लिखा है। Very good. Very good. व्हाइट कलर का है और इसके ऊपर 8 नंबर्स में भी लिखा है और 8 लेटर्स में भी लिखा है। ओके, दोनों रेड कलर से लिखे हैं। इसके ऊपर क्या बना है बेटा? वेरी गुड, वेरी गुड। रबानी हुण तुसी प्लीज एक सानू करंसी नोट दे उत्ते जिहड़ा है उनदा सीरियल नंबर पढ़ के दिखा दिओ। ਇਹ ਦੇਖੋ ਇਹਨਾਂ ਦੇ ਹੱਥ ਦੇ ਵਿੱਚ ਕਾਫੀ ਸਾਰੇ ਨੋਟ ਫੜੇ ਹੋਏ ਹਨ, ਜਿਨ੍ਹਾਂ ਦੇ ਵਿੱਚੋਂ 50 ਦਾ, 500 ਦਾ, 100 ਦਾ ਨੋਟ ਹੈ। ਸਾਨੂੰ ਵਿਊਵਰਸ ਲਿਖ ਕੇ ਦੱਸ ਸਕਦੇ ਹਨ ਕਿ ਬੱਚਾ ਕਿਹੜਾ ਨੋਟ ਦਾ ਜਿਹੜਾ ਉਹ ਸੀਰੀਅਲ ਨੰਬਰ ਜਿਹੜਾ ਉਹ ਪੜ੍ਹ ਕੇ ਦਿਖਾਵੇ। ਨਹੀਂ ਚਰਨਜੀਤ ਮੈਮ ਜੀ, ਦਿਖਾਈ ਨਹੀਂ ਦੇ ਰਿਹਾ ਕਿਉਂਕਿ ਤੁਹਾਡੇ ਸਾਹਮਣੇ ਹੀ ਉਹਨਾਂ ਨੇ ਕਾਟਨ ਲਗਾਇਆ ਸੀ।
ਮੈਮ ਤੁਸੀਂ ਮੈਸੇਜ ਵਿੱਚ ਟੈਕਸਟ ਕਰ ਦਿਓ ਤਾਂ ਕਿ ਫਿਰ ਅਸੀਂ ਦੇਖ ਸਕੀਏ ਕਿਹੜੇ ਹਾਂਜੀ ਆ ਗਿਆ, ਫਲੈਸ਼ ਹੋ ਗਿਆ ਜੀ। ਜੀ ਜੀ ਜੀ। ਇਹਦਾ ਮੈਮ ਸੀਰੀਅਲ ਨੰਬਰ ਇੱਕ ਵਾਰੀ ਸਾਡੇ ਵਿਊਵਰਸ ਨੂੰ ਦਿਖਾ ਦਿਓ। ਹਾਂਜੀ, ਇੱਕ ਸੈਕਿੰਡ ਲਗਾਓ। ਜੀ ਹਾਂਜੀ ਰਬਾਨੀ ਦੱਸੋ ਆਰਾਮ ਦੇ ਨਾਲ। ਫੀਲ, ਸਮੈਲ एंड कॉन्सेंट्रेट। ये पर्पल कलर का है और इसमें ग्रीनिश ब्लू से और ब्लैक से 100 लिखा है। गुड, वेरी गुड बेटा। ए 100 ਦਾ ਪੁਰਾਣਾ ਨੋਟ ਹੈ ਜਾਂ ਨਵਾਂ ਨੋਟ ਹੈ? ये न्यू नोट है। न्यू नोट, गुड। हाँ जी बेटा। 4EG। वेरी गुड। हाँ जी हाँ जी हाँ जी, करो करो। 639357। I'll repeat। जी हाँ। 4639357। वेरी गुड, वेरी गुड। जिस तरह के आप जी ने देखा कि ਜਿਹੜਾ ਬੱਚਾ ਨੋਟ ਦਾ ਸੀਰੀਅਲ ਨੰਬਰ ਪੜ੍ਹ ਰਿਹਾ ਹੈ ਤਾਂ ਫਿਰ ਵੀ ਮੈਂ ਕਵਾਂਗੀ ਵੱਡਾ ਹੈ। ਤੁਸੀਂ ਕੋਈ ਵੀ ਕਿਤਾਬ ਦਾ ਪੇਜ ਨੰਬਰ ਦੇ ਦੋਗੇ, ਕਿਤਾਬ ਦਾ ਪੇਜ ਨੰਬਰ ਤਾਂ ਬਹੁਤ ਛੋਟਾ ਹੁੰਦਾ ਹੈ, ਮਤਲਬ ਐਸ ਅਗਰ ਕੰਪੇਅਰ ਕਰੀਏ ਨੋਟ ਦੇ ਸੀਰੀਅਲ ਨੰਬਰ ਤੋਂ ਤਾਂ ਬਹੁਤ ਛੋਟਾ ਹੁੰਦਾ, ਬੱਚਾ ਉਹ ਵੀ ਪੜ੍ਹ ਸਕਦਾ ਹੈ। ਤੇ ਇਸੇ ਕਰਕੇ ਜਮਸ਼ੇਦਪੁਰ ਵਾਲੇ ਜਿਹੜੇ ਬੱਚੇ ਸਨ ਉਹਨਾਂ ਦੀ ਅੱਖ ਤੇ ਪਹਿਲਾਂ ਹੀ ਪੱਟੀ ਬੰਨੀ ਹੋਈ ਸੀ, ਪਰ ਰਬਾਨੀ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਅੱਖਾਂ ਤੇ ਕਾਟਨ ਰੱਖ ਕੇ ਪੱਟੀ ਬੰਨੀ ਔਰ ਕੋਈ ਗੁੰਜਾਇਸ਼ ਨਹੀਂ ਸੀ ਪੱਟੀ ਤੋਂ ਥੱਲਿਓਂ ਦੇਖਣ ਦੀ। ਇਸੇ ਕਰਕੇ ਉਸ ਬੱਚੇ ਨੇ ਜਿਹੜੀ ਕਾਟਨ ਰੱਖ ਕੇ ਪੱਟੀ ਬੰਨੀ। ਮੈਂ ਇੱਥੇ ਆਪਣੇ ਵਿਊਵਰਸ ਨੂੰ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਜੇ ਉਹਨਾਂ ਨੂੰ ਮਤਲਬ ਇਹ ਲੱਗ ਰਿਹਾ ਹੈ ਕਿ ਕਾਟਨ ਤੋਂ ਥੱਲਿਓਂ ਦਿਖ ਰਿਹਾ ਹੋਏਗਾ ਤੇ ਆਪ ਜੀ ਮੇਰੇ ਨਾਲ ਸਿੱਧਾ ਵੀ ਕੰਟੈਕਟ ਕਰ ਸਕਦੇ ਹੋ। ਆਪ ਜੀ ਆਪਣੇ ਬੱਚਿਆਂ ਨੂੰ ਇਹ ਟ੍ਰੇਨਿੰਗ ਦਵਾ ਸਕਦੇ ਹੋ, ਤੁਸੀਂ ਮੇਰੇ ਨਾਲ ਸਿੱਧਾ ਵੀ ਕੰਟੈਕਟ ਕਰ ਸਕਦੇ ਹੋ। ਜੀ ਹਾਂਜੀ, ਮੇਰਾ ਖਿਆਲ ਹੈ ਕਿ ਇਹਦਾ ਇਹ ਇੱਕੋ ਹੀ ਹੱਲ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਸੁਖਵੀਰ ਜੀ ਕਹਿ ਰਹੇ ਨੇ ਕਿ ਆਤਮਜੀਤ ਜੀ ਕਿਹੜੀ ਜਗ੍ਹਾ ਨੇ। ਹਾਂਜੀ ਤੇ ਅਸੀਂ ਜ਼ਰੂਰ ਕੋਈ ਨਾ ਕੋਈ ਬੱਚਾ ਜ਼ਰੂਰ ਭੇਜੀਏ ਔਰ ਉਹਨੂੰ ਟ੍ਰੇਨਿੰਗ ਖੁਦ ਦਵਾਈਏ ਕਿਉਂਕਿ ਚਰਨਜੀਤ ਜੀ ਨੂੰ ਕਾਫੀ ਜ਼ਿਆਦਾ ਡਾਊਟਸ ਨੇ ਤੇ ਕੁਲਵੰਤ ਸਿੰਘ ਸ਼ੈਦੋਪੇ ਜੀ ਨੇ ਵੀ ਕਿਹਾ ਕਿ ਉਹਨਾਂ ਨੂੰ ਵੀ ਡਾਊਟ ਲੱਗ ਰਿਹਾ ਤੇ ਜ਼ਰੂਰ ਆਤਮਜੀਤ ਜੀ ਤੁਸੀਂ ਦੱਸੋ ਕਿ ਤੁਹਾਨੂੰ ਕਲੀਅਰ ਕਰੋ। ਮੈਂ ਕਹਿਣਾ ਚਾਹਾਂਗੀ ਆਪਣਾ ਹਾਂਜੀ ਡਾਊਟ ਜ਼ਰੂਰ ਕਲੀਅਰ ਕਰੋ। ਹਾਂਜੀ ਕਿ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕੀਤਾ ਜਾਵੇ ਤੇ ਕਿਸ ਤਰ੍ਹਾਂ ਹਾਂਜੀ ਮੈਨੂੰ ਹਾਂਜੀ ਮੈਂ ਚੰਦੀ ਜੀ ਆਪਾਂ ਟਰਾਈ ਕਰ ਸਕਦੇ ਹਾਂ ਕਿ ਜੇ ਹੋਰ ਵੀ ਇੱਕ ਅੱਧਾ ਆਪਾਂ ਨੋਟ ਪੜਾਉਣਾ ਹੈ ਤੇ ਆਪਾਂ ਦੁਬਾਰਾ ਕਰ ਸਕਦੇ ਹਾਂ ਤੇ ਮੈਂ ਕਹਿ ਸਕਦੇ ਹਾਂ ਕਿ ਮਿਹਰਬਾਨੀ ਉੱਪਰ ਨੂੰ ਵੇਖੇ ਥੱਲੇ ਨਾ ਵੇਖੇ। ਬਿਲਕੁਲ ਹੋ ਸਕਦਾ ਹੈ, ਹਾਂਜੀ ਪੋਸੀਬਲ ਹੈ ਜੀ। ਹਾਂਜੀ ਤੇ ਮੈਂ ਆਪਣਾ ਕੰਟੈਕਟ ਨੰਬਰ ਵੀ ਦੇ ਦਿੰਦੀ ਹਾਂ ਤਾਂ ਕਿ ਜਿਹੜਾ ਉਹ ਯਕੀਨ ਕਰ ਸਕਣ। 7986744676 7986744676 ਤੇ ਆਪ ਜੀ ਮੈਨੂੰ ਕੰਟੈਕਟ ਕਰਕੇ ਜਿਹੜਾ ਉਹ ਤੁਸੀਂ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਕਰਵਾ ਵੀ ਸਕਦੇ ਹੋ। ਜਿੱਦਾਂ ਕਿ ਰਬਾਨੀ ਦੇ ਮਦਰ ਤੁਹਾਡੇ ਸਾਹਮਣੇ ਬੈਠੇ ਨੇ, ਇਹਨਾਂ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਸੀ ਹੋ ਰਿਹਾ 5 ਦਿਨ ਜਦੋਂ ਇਹਨਾਂ ਦੀ ਟ੍ਰੇਨਿੰਗ ਚੱਲ ਰਹੀ ਸੀ ਤੇ ਰਬਾਨੀ ਮਦਰ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸ ਸਕਦੇ ਹਨ ਕਿ ਇਹਨਾਂ ਨੇ ਹਰ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ, ਇਹਨਾਂ ਨੂੰ ਖੁਦ ਲੱਗਦਾ ਸੀ ਕਿ ਰਬਾਨੀ ਨੀਚੋਂ ਦੇਖਦੀ ਹੈ। ਇਹ ਆਪਣਾ ਐਕਸਪੀਰੀਅੰਸ ਤੁਹਾਨੂੰ ਦੱਸ ਸਕਦੇ ਹਨ। ਇਹਨਾਂ ਦੀ ਪੂਰੀ ਫੈਮਿਲੀ ਦੇ ਵਿੱਚੋਂ ਤੁਸੀਂ ਕਿਸੇ ਵੀ ਮੈਂਬਰ ਨੂੰ ਕਹਿ ਸਕਦੇ ਹੋ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਸਕਦੇ। ਹਾਂਜੀ ਮੈਮ। ਹਾਂਜੀ ਪਲੀਜ਼ ਰਬਾਨੀ ਜੀ ਤੁਸੀਂ ਆਪਣਾ ਹਾਂਜੀ ਸੰਮੀਤ ਮੈਮ ਤੁਹਾਡਾ ਸਵਾਗਤ ਹੈ। ਥੈਂਕ ਯੂ ਸੋ ਮਚ ਤੁਸੀਂ ਬੁਲਾਇਆ ਇੱਥੇ। ਪਰ ਐਕਚੁਅਲੀ ਆਈ ਹੈਵ ਸੀਨ ਜਸਟ 5 ਡੇਜ਼ ਹੋਏ ਨੇ ਹਨੀ ਰਬਾਨੀ ਨੂੰ, ਬਟ ਇਹਦੇ ਵਿੱਚ ਕਾਫੀ ਚੇਂਜ ਹੈ। ਮੈਂ ਐਕਚੁਅਲੀ ਉਹਦੇ ਥੱਲੋਂ ਚੁੱਕ ਕੇ ਨਹੀਂ ਦੇਖਿਆ ਕਿ ਉਹ ਦੇਖ ਤੇ ਮੇਰੀ ਉਹਨੂੰ ਨਜ਼ਰ ਤੇ ਨਹੀਂ ਆ ਰਿਹਾ। I tried it so many times, but ਫਿਰ end ਵਿੱਚ ਮੈਂ ਇਹ ਡਿਸਾਈਡ ਕੀਤਾ ਕਿ ਕਾਟਨ ਰੱਖ ਕੇ ਕਰਨੀ ਆ ਕਿਉਂਕਿ ਕਾਟਨ ਰੱਖਣ ਤੋਂ ਬਾਅਦ ਤੁਸੀਂ ਅੱਖਾਂ ਖੋਲ ਹੀ ਨਹੀਂ ਸਕਦੇ ਕੁਝ ਵੀ ਹੋ ਜਾਏ।
ਤੇ ਉਸ ਤੋਂ ਬਾਅਦ ਵੀ ਫਿਰ ਵੀ ਮਤਲਬ ਫਾਈਨਲੀ ਡਿਸਾਈਡ ਹੋਇਆ ਕਿ ਨਹੀਂ ਇਹ ਐਕਚੁਅਲੀ ਇਹ ਇੱਕ ਆਰਟ ਹੈ ਕਹਿ ਲਓ, ਜਾਂ ਜੋ ਮੈਮ ਪੜ੍ਹਾ ਰਹੇ ਨੇ ਕਿ ਉਹਦੇ ਨਾਲ ਇੰਨਾ ਹੋਇਆ ਕਿ ਇਹ ਐਕਚੁਅਲੀ ਬਲਾਈਂਡ ਫੋਲਡਡ ਹੀ ਬਤਾ ਪਾ ਰਹੀ ਹੈ ਸਾਰਾ ਕੁਝ। ਅਗਰ ਤੁਸੀਂ ਟਾਈਮ ਹੋ ਤਾਂ ਮੈਂ ਇੱਕ ਚੀਜ਼ ਹੋਰ ਕਹਿੰਦੀ ਹਾਂ, ਤੁਸੀਂ ਕੁਝ ਵੀ ਟੈਕਸਟ ਭੇਜ ਦਿਓ ਮੈਨੂੰ ਲਿਖ ਕੇ ਆਪਣੇ ਅਕੋਰਡਿੰਗ, आप किसी को मैसेज कर दो, I'll write in a white plain paper and I'll ask her to tell you, तो वो भी ਤੁਹਾਨੂੰ ਦੱਸ ਦੇਗੀ। ਹਾਂਜੀ, ਸਾਡੇ ਨਾਲ ਇੱਕ ਕਾਲਰ ਜੁੜੇ ਨੇ ਸੁਖਬੀਰ ਸਿੰਘ ਪੰਨਵਾ ਜੀ, ਤੇ ਉਹਨਾਂ ਤੋਂ ਆਪਾਂ ਉਹਨਾਂ ਦੇ ਜਿਹੜੇ ਸਵਾਲ ਨੇ ਜਾਂ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਡਾਊਟਸ ਨੇ ਉਹਦੇ ਬਾਰੇ ਆਪਾਂ ਸੁਣਦੇ ਹਾਂ। ਹਾਂਜੀ ਸੁਖਬੀਰ ਜੀ, ਤੁਸੀਂ ਔਨ 에ਅਰ ਹੋ ਹੁਣ। ਹਾਂਜੀ, ਨਹੀਂ ਡਾਊਟਸ ਮੈਨੂੰ ਨਹੀਂ ਜ਼ਿਆਦਾ ਹੈਗੇ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਮੇਰੀ ਸਿਰਫ ਇੱਕ ਬੇਨਤੀ ਆ ਕਿ ਅਸੀਂ ਜਿਹੜਾ ਪਹਿਲੀ ਗੱਲ ਤੇ ਰੂਮ ਰੱਖਿਆ ਹੀ ਨਾ ਬੱਚੇ ਦੀਆਂ ਅੱਖਾਂ ਤੇ, ਉਹ ਬੱਚੇ ਦੀਆਂ ਅੱਖਾਂ ਬੰਦ ਨੇ ਤੇ ਉਹ ਸਾਨੂੰ ਕਲੀਅਰਲੀ ਵੈਸੇ ਹੀ ਦਿਖ ਜਾਏਗਾ ਜੀ। ਤੇ ਦੂਸਰਾ ਹੈ ਕਿ ਅਸੀਂ ਆਪਣਾ ਜਿਹੜਾ ਹੈ ਉਹ ਕੈਮਰਾ ਪ੍ਰੋਪਰ ਫੋਕਸ ਕਰੀਏ ਬੱਚੇ ਦੇ ਫੇਸ ਤੇ, ਕਿਉਂਕਿ ਜਦੋਂ ਬੱਚਾ ਉਹ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਤਾਂ ਜਿਸ ਵੀ ਵਿਅਕਤੀ ਨੇ ਉਹ ਕੈਮਰਾ ਫੜਿਆ ਹੋਇਆ ਹੈ ਉਹ ਕੈਮਰਾ ਪ੍ਰੋਪਰਲੀ ਜਿਹੜਾ ਵਾ ਉਹਦੇ ਫੇਸ ਤੇ ਨਹੀਂ ਹੈਗਾ। ਜੇ ਸਾਡੇ ਵਿਊਅਰਸ ਨੂੰ ਕੋਈ ਸ਼ੱਕ ਸ਼ੁਬਾ ਵਾ ਤੇ ਸਾਨੂੰ ਉਹਦੀ ਕਲੈਰਿਟੀ ਕਰ ਦੇਣੀ ਚਾਹੀਦੀ ਆ, ਕਿਉਂਕਿ ਜੇ ਅਸੀਂ ਇਹ ਗੱਲ ਲੈ ਕੇ ਆਏ ਹਾਂ ਤਾਂ ਕਿਉਂਕਿ ਅਸੀਂ ਇਹਨੂੰ ਪੋਜ਼ਿਟਿਵਲੀ ਲੈ ਰਹੇ ਹਾਂ ਕਿ ਜੇ ਇਹ ਇੰਨੀ ਵਧੀਆ ਸਿੱਖਿਆ ਵਾ ਤੇ ਸਾਡੇ ਬੱਚਿਆਂ ਨੂੰ ਸਿੱਖਣਾ ਚਾਹੀਦਾ। ਉਹਨਾਂ ਦੀ ਜਿਹੜੀ ਤੁਸੀਂ ਗੱਲ ਤੁਹਾਡੇ ਟੌਪਿਕ ਵਿੱਚ ਆ ਕਿ ਉਹਨਾਂ ਦੀ ਜਿਹੜੀ ਬ੍ਰੇਨ ਪਾਵਰ ਆ ਉਹ ਵਧੇਗੀ, ਤਾਂ ਉਹਨੂੰ ਥੋੜਾ ਮੈਂ ਆਤਮਜੀਤ ਨੂੰ ਬੇਨਤੀ ਕਰਾਂਗੇ ਕਿ ਬੱਚੇ ਤੇ ਕੈਮਰਾ ਫੋਕਸ ਕਰੋ ਪ੍ਰੋਪਰ, ਤੇ ਅੱਖਾਂ ਉਹਦੀਆਂ ਰੂਹ ਰੱਖਣ ਨਾਲੋਂ ਬਿਹਤਰ ਚੰਗਾ ਕਿ ਜੇ ਇਹ ਸਵਾਲ ਆ ਰਿਹਾ ਕਿ ਕੋਈ ਦੇਖ ਰਿਹਾ ਉਹਦੇ ਨਾਲੋਂ ਬਿਹਤਰ ਹੈ ਕਿ ਅੱਖਾਂ ਉਹ ਸਿੱਧੀਆਂ ਬੰਦ ਰੱਖੇ। ਉਹਦੇ ਨਾਲ ਸਾਨੂੰ ਸਾਰਿਆਂ ਨੂੰ ਅੰਦਾਜ਼ਾ ਸੌਖਾ ਹੋ ਜਾਵੇਗਾ। ਇੰਨੀ ਕੀ ਬੇਨਤੀ ਹੈ ਮੇਰੀ। ਬਹੁਤ ਵਧੀਆ ਇਹ ਕਾਰਜ ਆ। ਆਤਮਜੀਤ ਜੀ ਨਾਲ ਸੰਪਰਕ ਜ਼ਰੂਰ ਕਰਾਂਗੇ। ਅੰਮ੍ਰਿਤਸਰ ਇਹਨਾਂ ਨੂੰ ਬੱਚੇ ਵੀ ਦੇਖ ਕੇ ਆਵਾਂਗੇ ਆਪਾਂ ਛੁੱਟੀਆਂ 'ਚ। ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਥੈਂਕ ਯੂ ਸੁਖਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹਨਾਂ ਦੇ ਕਹਿਣ ਦਾ ਮਤਲਬ ਹੈ ਆਤਮਜੀਤ ਜੀ ਕਿ ਜੇ ਇਹ ਡਾਊਟ ਆ ਰਿਹਾ ਕਿ ਸ਼ਾਇਦ ਆਤਮਜੀਤ ਦਾ ਜਿਹੜਾ ਕੰਟੈਕਟ ਸੀਗਾ ਸਾਡੇ ਨਾਲ ਇੰਟਰਨੈਟ ਦਾ ਉਹ ਟੁੱਟ ਚੁੱਕਾ ਤੇ ਵਾਪਸ ਆਉਣਗੇ ਬਹੁਤ ਜਲਦੀ। ਹਾਂਜੀ ਸ਼ਿਵਾਨੀ ਜੀ, ਤੁਸੀਂ ਪੁੱਛ ਰਹੇ ਹੋ ਕਿ ਵਿਚ ਏਜ ਗਰੁੱਪ ਕੈਨ ਜੁਆਇਨ ਦਿਸ ਟ੍ਰੇਨਿੰਗ। ਇਹ ਅਪ ਟੂ 16 ਇਅਰਸ, 6 ਸਾਲ ਤੋਂ 16 ਸਾਲ ਉਹਨਾਂ ਨੇ ਆਈ ਥਿੰਕ ਕਿਹਾ ਸੀਗਾ। ਤੇ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਤੇ ਆਤਮਜੀਤ ਜੀ ਦੀ ਆਪਾਂ ਵੇਟ ਕਰਦੇ ਹਾਂ ਕਿ ਉਹ ਵਾਪਸ ਆਉਣ ਤੇ ਜ਼ਰੂਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਤੇ ਜੋ ਵੀ ਹੋਰ ਸਵਾਲ ਨੇ ਉਹਨਾਂ ਦੇ ਉਹ ਜਵਾਬ ਜ਼ਰੂਰ ਦੇਣ। ਐਂਡ ਚਰਨਜੀਤ ਜੀ, ਜਿਹੜੇ ਤੁਸੀਂ ਕਹਿ ਰਹੇ ਹੋ ਕਿ ਚੰਗੀ ਭਲੀ ਅੱਖਾਂ ਬੰਦ ਕਰਕੇ ਪੜ੍ਹਨਾ ਸਹੀ ਨਹੀਂ ਜੀ, ਨਹੀਂ, ਮੈਂ ਤੁਹਾਡੇ ਨਾਲ ਐਗਰੀ ਨਹੀਂ ਕਰਦੀ ਇੱਥੇ ਚਰਨਜੀਤ ਜੀ। ਇਹ ਇੱਕ ਐਕਸਟਰਾ ਟੈਲੈਂਟ ਆ। ਉਹ ਨਹੀਂ ਕਹਿੰਦੇ ਕਿ ਤੁਸੀਂ ਮਤਲਬ ਵੀ ਅੱਖਾਂ ਬੰਦ ਹੀ ਕਰ ਛੱਡੋ ਤੇ ਬੰਦ ਕਰਕੇ ਹੀ ਪੜੋ। ਦੈਟਸ ਐਕਸਟਰਾ ਨੌਲੇਜ, ਦੈਟਸ ਐਕਸਟਰਾ ਯੂਰ ਬ੍ਰੇਨ ਸਟਰੈਂਥ ਕਿ ਜੇ ਤੁਸੀਂ ਉਹ ਕਰ ਸਕਦੇ ਹੋ ਤੇ ਵਾਈ ਨੋਟ, ਹੈ ਨਾ। ਅਸੀਂ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਹੀ ਕਰ ਦਿੰਦੇ ਹਾਂ ਕਿ ਇਹਦੀ ਮੈਨੂੰ ਜ਼ਰੂਰਤ ਨਹੀਂ ਹੈਗੀ ਤੇ ਇਹ ਮੈਂ ਸਿੱਖਣਾ ਨਹੀਂ ਆ, ਜਾਂ ਮੈਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਤੇ ਮੈਂ ਉਹ ਪੜ੍ਹਨਾ ਨਹੀਂ ਆ। ਪੜ੍ਹਨਾ ਚਾਹੀਦਾ ਹੈ। ਕੋਈ ਵੀ ਐਕਸਟਰਾ ਨੌਲੇਜ, ਕੋਈ ਵੀ ਐਕਸਟਰਾ ਟੈਲੈਂਟ ਤੁਹਾਡੇ ਕੋਲ ਹੋਵੇ ਤੇ ਉਹ ਵਧੀਆ ਤੁਹਾਡੇ ਵਾਸਤੇ, ਉਹ ਤੁਹਾਡੀ ਪਾਵਰ ਆ, ਉਹ ਤੁਹਾਡਾ ਟੈਲੈਂਟ ਆ। ਤੇ ਕਿਉਂ ਨਹੀਂ, ਕਿਉਂਕਿ ਉਹ ਇਸ ਤਰ੍ਹਾਂ ਨਹੀਂ ਕਹਿ ਰਹੇ ਕਿ ਤੁਸੀਂ ਮਤਲਬ ਕਿ ਜੇ ਤੁਹਾਡੇ ਕੋਲ ਅੱਖਾਂ ਹੈਗੀਆਂ ਤੇ ਤੁਸੀਂ ਅੱਖਾਂ ਬੰਦ ਕਰਕੇ ਹੀ ਪੜ੍ਹਨਾ ਹੈ। ਅੱਖਾਂ ਖੋਲ ਕੇ ਪੜ੍ਹੋ, ਓਬਵੀਅਸਲੀ ਅੱਖਾਂ ਖੋਲ ਕੇ ਹੀ ਚੱਲਣਾ, ਅੱਖਾਂ ਖੋਲ ਕੇ ਹੀ ਪੜ੍ਹਨਾ ਅਸੀਂ। ਪਰ ਇਹ ਇੱਕ ਐਕਸਟਰਾ, ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਨਾ ਕਿ ਸੋਨੇ ਤੇ ਸੁਹਾਗਾ, ਤੇ ਮਤਲਬ ਕਿ ਖੋਲ ਕੇ ਤੇ ਪੜ੍ਹ ਹੀ ਲੈਂਦੇ ਹੋ, ਬਟ ਜੇ ਬੰਦ ਨਾਲ ਵੀ ਤੁਸੀਂ ਪੜ੍ਹ ਸਕਦੇ ਹੋ। ਕਿਤੇ ਬਹੁਤ ਵਧੀਆ ਹੁੰਦਾ ਜਦੋਂ ਤੁਸੀਂ ਕਿਤੇ ਪਾਰਟੀ ਵਗੈਰਾ ਤੇ ਜਾਂਦੇ ਹੋ ਨਾ, ਤੇ ਉੱਥੇ ਕਈ ਵਾਰੀ ਇਹ ਆਈਸ ਬ੍ਰੇਕਰ ਹੁੰਦਾ ਕਿ ਕਿਹਦੇ ਕੋਲ ਕੀ ਟੈਲੈਂਟ ਹੈਗਾ ਤੇ ਉਹ ਆਪਣਾ ਟੈਲੈਂਟ ਸ਼ੋ ਕਰੋ। ਤੇ ਇਮੈਜਿਨ ਕਿ ਤੁਸੀਂ 50 ਬੰਦਿਆਂ ਦੇ ਵਿੱਚ ਬੈਠੇ ਹੋ ਤੇ ਤੁਸੀਂ ਉੱਥੇ ਕਹੋਗੇ ਕਿ ਲਓ ਜੀ ਮੈਂ ਤੇ ਮਤਲਬ ਕਿ ਆਪਣੇ ਤੁਸੀਂ ਜੇਬ ਦੇ ਵਿੱਚੋਂ ਨੋਟ ਕੱਢੋ ਤੇ ਮੈਂ ਤੁਹਾਡੇ ਨੋਟ ਦੇ ਸੀਰੀਅਲਸ ਪੜ੍ਹ ਦਾਂਗਾ, ਉਹ ਵੀ ਅੱਖਾਂ ਬੰਦ ਕਰਕੇ। ਇਮੈਜਿਨ ਦੈਟ, ਹੈ ਨਾ। ਐਂਡ ਯੂ ਵਿਲ ਬੀ ਦ ਮੋਸਟ ਮਤਲਬ ਕਿ ਪੋਪੂਲਰ ਐਂਡ ਇੰਪੋਰਟੈਂਟ ਪਰਸਨ ਉਸ ਜਿਹੜੇ ਗਰੁੱਪ ਦਾ ਬਣ ਜਾਓਗੇ ਕਿ ਤੁਹਾਡੇ ਕੋਲ ਇਹ ਟੈਲੈਂਟ ਹੈ ਕਿ ਤੁਸੀਂ ਅੱਖਾਂ ਬੰਦ ਕਰਕੇ ਤੇ ਕਿਸੇ ਦੇ ਵੀ ਜੇਬ ਚੋਂ ਨੋਟ ਕਢਵਾ ਕੇ ਤੇ ਉਹਦਾ ਸੀਰੀਅਲ ਨੰਬਰ ਪੜ੍ਹ ਰਹੇ ਹੋ, ਹੈ ਨਾ। ਇਸ ਤਰ੍ਹਾਂ ਦੇ ਜਿਹੜੇ ਛੋਟੇ ਛੋਟੇ ਟੈਲੈਂਟਸ ਹੁੰਦੇ ਆ ਉਹ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਕਿ ਜੌਬ ਲੈਣ ਵਾਸਤੇ ਜਾਂ ਹੋਰ ਕਿਸੇ ਕੰਮ ਵਾਸਤੇ ਕੰਮ ਆਉਣੇ ਨੇ,
ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਕਿਤੇ ਵੀ ਉਹ ਕੰਮ ਆ ਸਕਦੇ ਆ। ਹਾਂਜੀ, ਆਤਮਜੀਤ ਜੀ ਵਾਪਸ ਆ ਗਏ ਨੇ। ਆਤਮਜੀਤ ਜੀ, ਮੈਂ ਤੁਹਾਡੇ ਇੱਕ ਸਵਾਲ ਦਾ, ਤੁਹਾਨੂੰ ਇੱਕ ਸਵਾਲ ਆਇਆ ਸੀ ਤੇ ਮੈਂ ਉਹਦਾ ਜਵਾਬ ਆਪ ਹੀ ਦੇ ਦਿੱਤਾ। ਟ੍ਰੇਨਿੰਗ ਦੀ ਏਜ ਪੁੱਛ ਰਹੇ ਸੀਗੇ। ਹਾਂਜੀ, 6 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਵਿੱਚ ਜਿਹੜੇ ਉਹ ਮੈਂ 100% ਕਹਿ ਰਹੀ ਹਾਂ। ਜੇ 16 ਸਾਲ ਤੋਂ ਬਾਅਦ ਵੀ ਕੋਈ ਕਰਨਾ ਚਾਹੁੰਦਾ ਹੈ ਤੇ 16 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਜਿਹੜੇ ਵਿੱਚ ਮੈਂ ਕਹਾਂਗੀ ਕਿ ਬਾਕੀ ਸਾਰੀਆਂ ਗੱਲਾਂ ਦਾ ਜੋ ਫਰਕ ਪਏਗਾ, ਬਸ ਜਿਹੜਾ ਹੈ ਅੱਖਾਂ 'ਚ ਪੱਟੀ ਬੰਨ ਕੇ ਬੱਚਾ ਨਹੀਂ ਪੜ੍ਹ ਸਕੇਗਾ। 16 ਸਾਲ ਦੀ ਏਜ ਤੋਂ ਬਾਅਦ 21 ਸਾਲ ਤੱਕ ਦੇ ਵਿੱਚ ਜਿਹੜਾ ਉਹ ਬੱਚਾ ਅੱਖਾਂ 'ਚ ਪੱਟੀ ਬੰਨ ਕੇ ਕੁਝ ਨਹੀਂ ਪੜ੍ਹ ਸਕੇਗਾ, ਪਰ ਉਹਦੇ ਕਨਸੈਂਟਰੇਸ਼ਨ ਲੈਵਲ ਤੇ, ਉਹਦੇ ਅੰਡਰਸਟੈਂਡਿੰਗ ਲੈਵਲ ਤੇ, ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੀ ਟ੍ਰੇਨਿੰਗ ਦਾ ਬੇਸਿਕ ਹੈ, ਉਹ ਜ਼ਰੂਰ ਵਰਕ ਕਰੇਗਾ। ਹਾਂਜੀ, ਤੇ ਆਤਮਜੀਤ ਜੀ, ਜਿਹੜੇ ਤੁਹਾਡੇ ਨਾਲ ਜਿਨ੍ਹਾਂ ਨੇ ਜੁਆਇਨ ਕੀਤਾ ਸੀ, ਉਹਨਾਂ ਨੇ ਹਾਲੇ ਹੋਰ ਕੋਈ ਉਹਨਾਂ ਦਾ ਹੈਗਾ ਕੰਮ, ਉਹਨਾਂ ਨੂੰ ਸਕਰੀਨ ਤੇ ਲਿਆਉਣ ਦੀ ਜ਼ਰੂਰਤ ਹੈਗੀ ਹੈ ਜਾਂ ਕਿ ਉਹਨਾਂ ਦੇ ਡੈਮੋ ਫਿਨਿਸ਼? ਨਹੀਂ, ਐਕਚੁਅਲੀ ਉਹਨਾਂ ਦੀ ਨਾ ਕਲਾਸ, ਉਸ ਬੱਚੀ ਦੀ ਕਲਾਸ ਸੀ ਤੇ ਉਹ ਮੇਰੀ ਰਿਕੁਐਸਟ ਸਿਰਫ 10 ਮਿੰਟ ਲਈ ਆਈ ਸੀ, ਕਿਉਂਕਿ ਮੈਂ ਇਹ ਦਿਖਾਣਾ ਚਾਹੁੰਦੀ ਸੀ ਕਿ ਜਿਹੜੇ ਬੱਚਿਆਂ ਦੀ ਟ੍ਰੇਨਿੰਗ ਹੋ ਚੁੱਕੀ ਉਹ ਕਿਸ ਲੈਵਲ ਤੇ ਪਹੁੰਚ ਚੁੱਕੇ, ਔਰ ਜਿਹੜੀ ਬੱਚੀ ਦੀ ਟ੍ਰੇਨਿੰਗ ਚੱਲ ਰਹੀ ਹੈ, ਜਿੰਦੇ ਸਿਰਫ 5 ਦਿਨ ਹੋਏ ਨੇ, ਉਹ ਕਿਸ ਲੈਵਲ ਤੇ ਚੱਲ ਰਹੀ ਹੈ। ਔਰ ਉਸ ਬੱਚੀ ਨੂੰ, ਰਬਾਨੀ ਦੀ ਆਪਾਂ ਗੱਲ ਕਰੀਏ ਜੀ, ਰਬਾਨੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਸ ਬੱਚੀ ਦੀ ਹਿੰਦੀ ਸਬਜੈਕਟ ਵੀ ਬੜੀ ਮੁਸ਼ਕਲ ਸੀ, ਔਰ ਹਿੰਦੀ ਦਾ ਕੱਲ ਮਤਲਬ ਮੈਂ ਉਹਦੇ ਪੇਰੈਂਟਸ ਨਾਲ ਗੱਲ ਕੀਤੀ ਤੇ ਉਹਨਾਂ ਦਾ ਕਹਿਣਾ ਸੀ ਕਿ ਹਿੰਦੀ ਦੇ ਵਿੱਚ ਇਹਨੂੰ, ਬੱਚੀ ਨੂੰ ਬਹੁਤ ਜ਼ਿਆਦਾ ਫਰਕ ਹੈ। ਹੁਣ ਉਸ ਬੱਚੀ ਦੀ ਮੈਥ ਸਬਜੈਕਟ ਦੀ ਜਿਹੜੀ ਪ੍ਰੋਬਲਮ ਹੈ, ਹੁਣ ਉਹਨੂੰ ਉਹਦੇ ਉੱਤੇ ਵਰਕ ਸ਼ੁਰੂ ਕਰਨਗੇ। ਅੱਜ 6ਵਾਂ ਦਿਨ ਹੈ ਉਸ ਰਬਾਨੀ ਬੱਚੀ ਦੀ ਟ੍ਰੇਨਿੰਗ ਦਾ, ਜਿਹੜਾ ਉਹ ਹੁਣ ਉਹਦੇ ਉੱਤੇ ਕੰਮ ਜਿਹੜਾ ਉਹ ਸ਼ੁਰੂ ਹੋ ਜਾਏਗਾ ਕਿ ਬੱਚੀ ਦੇ ਮੈਥ ਦੇ ਵਿੱਚ ਜਿਹੜੀ ਇੰਪਰੂਵਮੈਂਟ ਦੀ ਨੀਡ ਹੈ। ਜੀ, ਆਤਮਜੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਮੈਨੂੰ ਲੱਗ ਰਿਹਾ ਕਿ ਤੁਹਾਨੂੰ ਕਾਫੀ ਜਿਹੜੇ ਜਿਨ੍ਹਾਂ ਦੇ ਡਾਊਟਸ ਨੇ ਜਾਂ ਜਿਹੜੇ ਇੰਪਰੈਸਡ ਨੇ ਤੁਹਾਡੀਆਂ ਡੈਮੋਜ਼ ਤੋਂ, ਉਹ ਜ਼ਰੂਰ ਤੁਹਾਨੂੰ ਕੰਟੈਕਟ ਕਰਨਗੇ ਐਂਡ ਤੁਸੀਂ ਉਹਨਾਂ ਨੂੰ ਜ਼ਰੂਰ ਟ੍ਰੇਨਿੰਗ ਦੇਵੋ। ਤੇ ਇੱਕ ਵਾਰੀ ਫੇਰ ਸਾਂਝੀ ਆਵਾਜ਼ ਰੇਡੀਓ ਤੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਸੋ ਮਚ। ਥੈਂਕ ਯੂ। ਹਾਂਜੀ, ਸੋ ਇਹ ਸਨ ਜੀ ਆਤਮਜੀਤ ਕੌਰ ਜੀ, ਜਿਨ੍ਹਾਂ ਨੇ ਬ੍ਰੇਨ ਦੀ ਪਾਵਰ ਬਾਰੇ ਗੱਲਬਾਤ ਕੀਤੀ। ਤੇ ਚਰਨਜੀਤ ਕੌਰ ਜੀ, ਅੱਜ ਮੈਨੂੰ ਲੱਗਦਾ ਤੁਸੀਂ ਸਵੇਰੇ ਸਵੇਰੇ ਮਿਰਚਾਂ ਖਾ ਲਈਆਂ ਨੇ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਬਿਜ਼ਨਸ ਬਣਾ ਲਿਆ ਜੀ। ਅੰਧ ਭਗਤ ਨਾ ਬਣੋ, ਹਨਾ। ਬਿਜ਼ਨਸ ਤੇ ਦੇਖੋ ਜੀ, ਕੋਈ ਵੀ ਹੈ ਜਿਹੜਾ ਹੈ ਨਾ, ਹੁਣ ਮੈਂ ਇੱਥੇ ਬੈਠੀ ਹਾਂ ਤੇ ਮੈਨੂੰ ਵੀ ਸ਼ਾਇਦ ਕੋਈ ਕਹਿ ਰਿਹਾ ਹੋਏਗਾ ਕਿ ਬਿਜ਼ਨਸ ਆ, ਹਨਾ। ਬਟ ਆਪਾਂ ਗੱਲਬਾਤ ਜਿਹੜੀ ਆ ਉਹ ਕਰ ਰਹੇ ਹਾਂ ਜੋ ਦੁਨੀਆ ਦੇ ਵਿੱਚ ਹੈਗਾ ਆ ਉਹਦੇ ਬਾਰੇ। ਜਿਸ ਤਰ੍ਹਾਂ ਹੁਣ ਸ਼ਿਵਾਨੀ ਜੀ ਨੇ ਕਿਹਾ ਕਿ ਉਹਨਾਂ ਨੇ ਵੀ ਇੱਕ ਡਾਕੂਮੈਂਟਰੀ ਵੇਖੀ ਸੀ, ਮੈਂ ਵੀ ਵੇਖੀ ਹੋਈ ਹੈ ਡਾਕੂਮੈਂਟਰੀ। ਐਂਡ ਇੱਕ ਨਹੀਂ, ਮਤਲਬ ਕਿ ਕਈ ਵਾਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸੁਣਨ ਨੂੰ ਵੀ ਮਿਲਦੀਆਂ ਔਰ ਵੇਖਣ ਨੂੰ ਵੀ ਮਿਲਦੀਆਂ ਕਿ ਅੱਖਾਂ ਬੰਦ ਕਰਕੇ, ਔਰ ਕਈ ਵਾਰੀ ਆਪਾਂ ਵੀ ਜੇ ਘਰ ਦੇ ਵਿੱਚ ਵੇਖੀਏ ਨਾ, ਤੇ ਕਈ ਵਾਰੀ ਅੱਖਾਂ ਬੰਦ ਕਰਕੇ ਅਸੀਂ ਵੀ ਮਹਿਸੂਸ ਕਰ ਲੈਂਦੇ ਹਾਂ ਕਿ ਹਾਂ, ਅੱਖਾਂ ਬੰਦ ਕਰਕੇ ਹੀ ਸਾਨੂੰ ਉਸ ਚੀਜ਼ ਦੇ ਬਾਰੇ ਪਤਾ ਲੱਗ ਜਾਂਦਾ ਕਿ ਇਹ ਕੀ ਚੀਜ਼ ਆ। ਤੇ ਕਿਉਂਕਿ ਅਸੀਂ ਤੇ ਈਵਨ ਕਿ ਆਪਣੇ ਬ੍ਰੇਨ ਨੂੰ ਟ੍ਰੇਨ ਵੀ ਨਹੀਂ ਕੀਤਾ, ਤੇ ਇਮੈਜਿਨ ਕਰੋ ਕਿ ਜੇ ਅਸੀਂ ਵੀ ਆਪਣੇ ਬ੍ਰੇਨ ਨੂੰ ਟ੍ਰੇਨ ਕਰ ਲਈਏ ਤੇ ਹੋ ਸਕਦਾ ਕਿ ਅਸੀਂ ਵੀ ਇਸ ਤਰ੍ਹਾਂ ਦਾ ਕੁਝ ਸਿੱਖ ਲਈਏ। ਇਹ ਹੁੰਦੇ ਨੇ ਗੁਰ, ਹੈ ਨਾ। ਤੇ ਸਿੱਖਣੇ ਚਾਹੀਦੇ ਨੇ ਗੁਰ, ਜ਼ਿੰਦਗੀ ਦੇ ਵਿੱਚ ਕੰਮ ਹੁੰਦੇ ਨੇ ਚਰਨਜੀਤ ਜੀ। ਤੇ ਮੈਨੂੰ ਲੱਗਦਾ ਕਿ ਸਾਰਿਆਂ ਤੋਂ ਪਹਿਲਾਂ ਮੈਨੂੰ ਤੁਹਾਨੂੰ ਭੇਜਣਾ ਪੈਣਾ ਆਤਮਜੀਤ ਜੀ ਕੋਲ ਅੰਮ੍ਰਿਤਸਰ, ਤੇ ਤੁਹਾਨੂੰ ਇਹ ਜਿਹੜੀ ਟ੍ਰੇਨਿੰਗ ਹੈ ਇਹ ਦਿਵਾਉਣੀ ਪੈਣੀ ਹੈ। ਤੇ ਫਿਰ ਅਸੀਂ ਕਹਿਣਾ ਕਿ ਚਰਨਜੀਤ ਜੀ ਨਹੀਂ, ਤੁਹਾਡੀਆਂ ਤੇ ਅੱਖਾਂ ਖੁੱਲੀਆਂ ਲੱਗਦੀਆਂ ਆ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮਤਲਬ ਕਿ ਚੰਗੀ ਤਰ੍ਹਾਂ ਕਾਟਨ ਨਹੀਂ ਚੰਗੀ ਤਰ੍ਹਾਂ ਬੰਨਿਆ, ਤੁਹਾਡੀ ਮੈਂ ਅੱਖ ਤੇ ਪੱਟੀ ਮੈਂ ਬੰਨਣੀ ਆ। ਕਈ ਵਾਰੀ ਦੇਖੋ ਮੈਂ ਟੀਵੀ ਦੇ ਉੱਪਰ ਵੀ ਇਸ ਤਰ੍ਹਾਂ ਹੁੰਦਾ ਹੈ, ਆਡੀਅנס ਦੇ ਵਿੱਚੋਂ ਕਹਿ ਰਹੇ ਹੁੰਦੇ ਆ ਕਿ ਅਸੀਂ ਜਾ ਕੇ ਤੇ ਪੱਟੀ ਬੰਨਣੀ ਆ, ਕਿਉਂਕਿ ਉਹ ਵੀ ਨਹੀਂ ਵਿਸ਼ਵਾਸ ਕਰ ਰਹੇ ਹੁੰਦੇ, ਤੇ ਉਹ ਕਹਿੰਦੇ ਹੁੰਦੇ ਆ ਕਿ ਹਾਂ ਤੁਸੀਂ ਆ ਕੇ ਆਪ ਆਪਣੇ ਹੱਥੀਂ ਪੱਟੀ ਬੰਨ ਲਓ। ਸੋ ਇਸ ਤਰ੍ਹਾਂ ਹੋ ਸਕਦਾ ਬ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਆ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਪੂਰਾ ਆਪਣਾ ਬ੍ਰੇਨ ਯੂਜ਼ ਕਰੀਏ ਤੇ ਅਸੀਂ ਜੋ ਹੈਗੇ ਆ ਉਹ ਨਹੀਂ ਹੋਵਾਂਗੇ, ਅਸੀਂ ਕੁਝ ਹੋਰ ਹੋਵਾਂਗੇ, ਕਿਉਂਕਿ ਬ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈ, ਬਟ ਅਸੀਂ ਉਸ ਨੂੰ ਵਰਤਦੇ ਨਹੀਂ ਆ। ਬਟ ਐਨੀਵੇਜ਼, ਮੈਂ ਜਿਹੜਾ ਬ੍ਰੇਨ ਪਾਵਰ ਦੀ ਜੋ ਟਾਕ ਸੀਗੀ ਉਹ ਮੇਰੇ ਵੱਲੋਂ ਨਹੀਂ ਸੀਗੀ, ਆਤਮਜੀਤ ਜੀ ਵੱਲੋਂ, ਕਿਉਂਕਿ ਉਹਨਾਂ ਨੇ ਇਹਦੇ ਉੱਪਰ ਸਟੱਡੀ ਕੀਤੀ ਹੋਈ ਆ। ਮੈਂ ਜਿੰਨਾ ਕੁ ਥੋੜਾ ਬਹੁਤਾ ਪੜ੍ਹਿਆ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਬ੍ਰੇਨ ਦੇ ਮਤਲਬ ਕਿ ਦੇਖੋ ਸਾਡੀ ਸਾਰੀ ਬੋਡੀ ਨੂੰ ਜਿਹੜਾ ਕੰਟਰੋਲ ਕਰਦਾ ਉਹਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈ। ਔਰ ਅਸੀਂ ਆਪਣੀ ਏਜ ਦੇ ਵਿੱਚ ਜਿਹੜਾ ਉਹ ਆਪਣਾ ਪੂਰੇ ਦਾ ਪੂਰਾ ਬ੍ਰੇਨ, ਅੱਜ ਤੱਕ ਕਹਿੰਦੇ ਕਿ ਕਿਸੇ ਨੇ ਆਪਣਾ ਪੂਰਾ ਬ੍ਰੇਨ ਜਿਹੜਾ ਉਹ ਯੂਜ਼ ਨਹੀਂ ਕੀਤਾ। ਸੋ ਇਹ ਸਿੱਖਣ ਵਾਸਤੇ ਜੇ ਥੋੜਾ ਬਹੁਤਾ ਅਸੀਂ ਟਾਈਮ ਤੇ ਥੋੜਾ ਜਿਹਾ ਬ੍ਰੇਨ ਵਰਤ ਲਈਏ ਤੇ ਨੋ ਹਾਰਮ ਇਨ ਇਟ। ਸੋ ਮੈਨੂੰ ਦਵੋ ਤੁਸੀਂ ਹੁਣ ਇਜਾਜ਼ਤ, ਤੇ ਕੱਲ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤੁਹਾਨੂੰ ਪਤਾ ਹੀ ਹੈ ਕਿ 7 ਸਮੁੰਦਰੋਂ ਪਾਰ, ਤੇ ਉਦੋਂ ਵੀ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਬਣਾਇਓ। ਤੇ ਹੁਣ ਮੈਨੂੰ ਦਵੋ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ, ਆਵਾਜ਼ ਦਿਲਾਂ ਦੀ।